राष्ट्रपति की चोण दे विच बीजेपी के उम्मीदवार नूं बादल दल ने हमायत दी आ, उहदे बदले विच इह उहनां नूं लाहा मिल गया कि तुहाडे असीं बंदे दी जमानत करा देंगे। सिੱਖੀ ਦੇ ਅਤੇ ਸਿੱਖਾਂ ਦੇ ਖਿਲਾਫ ਜਿਹੜੀ ਭਾਰਤੀ ਹਕੂਮਤ ਦੀ ਸਾਜ਼ਿਸ਼ ਹੈ ਕਿ ਪੰਜਾਬ ਦੀ ਜਵਾਨੀ ਨੂੰ ਹੁਣ AK-47 ਜਾਂ ਬੱਬਾਂ ਤੋਪਾਂ ਗੋਲਿਆਂ ਨਾਲ ਨਾ ਮਾਰੋ, ਇਹਨਾਂ ਨੂੰ ਹੁਣ ਨਸ਼ੇ ਨਾਲ ਮਾਰੋ। ਇਸ ਤਰੀਕੇ ਦੀ ਖੇਡ ਦੇ ਵਿੱਚ ਜਦੋਂ ਇਹਦਾ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਇਆ, ਉਸ ਤੋਂ ਬਾਅਦ ਵਿੱਚ ਕੇਜਰੀਵਾਲ ਨੇ, ਆਮ ਆਦਮੀ ਪਾਰਟੀ ਨੇ ਇਸ ਮਸਲੇ ਨੂੰ ਹੋਰ ਵੀ ਜ਼ਿਆਦਾ ਤੂਲ ਦਿੱਤੀ। ਅਖੀਰ ਉਹਨੇ ਮਾਫੀ ਵੀ ਮੰਗ ਲਈ। ਮਜੀਠੀਏ ਨੂੰ ਜਦੋਂ ਅਦਾਲਤ ਨੇ ਸਰੈਂਡਰ ਕੀਤਾ, ਉਦੋਂ ਬਾਅਦ ਪੁਲਿਸ ਨੇ ਇਹਨੂੰ ਵਿਸ਼ੇਸ਼ ਜਾਂਚ ਟੀਮ ਨੇ 1 ਸਕਿੰਟ ਲਈ ਵੀ ਪੁੱਛਗਿੱਛ ਲਈ ਨਹੀਂ ਸੱਦਿਆ ਜਾਂ ਪੁੱਛਗਿੱਛ ਨਹੀਂ ਕੀਤੀ। ਇਹਦੀ ਜਦੋਂ ਪੁੱਛਗਿੱਛ ਹੀ ਨਹੀਂ ਕੀਤੀ ਵਿਸ਼ੇਸ਼ ਜਾਂਚ ਟੀਮ ਨੇ, ਜਦੋਂ ਕੋਈ ਗੱਲ ਹੀ ਨਹੀਂ ਬਣੀ, ਤਾਂ ਇਹਦੇ ਲਈ ਸੌਖਾ ਹੋ ਗਿਆ। ਇਹ ਫਿਰ ਹਾਈ ਕੋਰਟ ਦੇ ਵਿੱਚ ਚਲੇ ਗਿਆ ਕਿ ਮੇਰੀ ਜ਼ਮਾਨਤ ਦਿਓ। ਹੋਣਾ ਤਾਂ ਉੱਥੇ ਇਹ ਚਾਹੀਦਾ ਸੀ ਕਿ ਪੰਜਾਬ ਸਰਕਾਰ ਦੇ ਵਕੀਲ ਕਹਿੰਦੇ ਭਾਈ ਜ਼ਮਾਨਤ ਕਾਹਦੀ, ਤੇਰੀ ਤਾਂ ਹਜੇ ਅਸੀਂ ਪੁੱਛਗਿੱਛ ਹੀ ਨਹੀਂ ਕੀਤੀ, ਜਾਂ ਇਹਨੂੰ ਕਹਿੰਦੇ ਅਦਾਲਤ ਨੂੰ ਕਿ ਅਸੀਂ ਇਹਦੀ ਪੁੱਛਗਿੱਛ ਕਰਨੀ ਆ। ਭਗਵੰਤ ਮਾਨ ਦੀ ਸਰਕਾਰ ਦੇ ਹੱਥ ਵਿੱਚ ਜਦੋਂ ਪੂਰੀ ਤਾਕਤ ਆ ਗਈ ਸੀ, ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲਾਂ ਨੇ ਮਜੀਠੀਏ ਦੀ ਜ਼ਮਾਨਤ ਦੀ ਅਰਜ਼ੀ ਦਾ ਹਾਈ ਕੋਰਟ ਦੇ ਵਿੱਚ ਵਿਰੋਧ ਕਰ ਦਿੱਤਾ, ਪਰ ਨਹੀਂ ਕੀਤਾ। ਸੋ ਅਫਸਰਸ਼ਾਹੀ ਨੇ ਤਾਂ ਜੋ ਕੀਤਾ ਸੋ ਕੀਤਾ, ਪੁੱਛਗਿੱਛ ਨਹੀਂ ਕੀਤੀ। ਤੇ ਬਾਅਦ ਵਿੱਚ ਜਦੋਂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਤੀ ਸੀ, ਉਦੋਂ ਭਗਵੰਤ ਮਾਨ ਵਾਲੀ ਸਰਕਾਰ ਨੂੰ ਹੋਰ ਹੀ ਕੰਮ ਲੱਭਿਆ ਹੋਇਆ ਸੀ। ਕਦੇ DGP ਉਹ ਲਾਤਾ, ਕਦੇ DGP ਆਹ ਲਾਤਾ। ਇੱਕ ਤਾਂ ਇਹ ਖੇਡ ਚੱਲਦੀ ਸੀ। ਦੂਜੀ ਖੇਡ ਉਹਨਾਂ ਨੇ ਉਹ ਸ਼ੁਰੂ ਕੀਤੀ ਹੋਈ ਸੀ ਵੀ ਐਡਵੋਕੇਟ ਜਨਰਲ ਜਿਹੜਾ ਹੈ ਕਦੇ ਫਲਾਨਾ ਲਾਤਾ, ਕਦੇ ਧਮਕਾਨਾ ਲਾਤਾ। ਜੱਜ ਜਿਹੜੇ ਸੀ ਉਹ ਕਦੇ ਕੋਈ ਛੁੱਟੀ ਲੈ ਜਾ ਕਰੇ, ਕਦੇ ਕੋਈ ਸੁਣਵਾਈ ਤੋਂ ਕਹਿੰਦਾ ਕਰੇ ਮੈਂ ਨਹੀਂ ਕਰਨੀ। ਅਖੀਰ ਕੱਲ ਸਵੇਰੋਂ ਇਹ ਖਬਰ ਆ ਗਈ ਕਿ ਜੀ ਜੱਜ ਸਾਹਿਬ ਨੇ ਉਹਨੂੰ ਜਿਹੜਾ ਹੈਗਾ ਜ਼ਮਾਨਤ ਦੇ ਦਿੱਤੀ ਹੈ। ਐਡਾ ਰੌਲਾ ਪਾ ਕੇ ਉਹਨੂੰ ਫੜਨ ਦਾ ਮਤਲਬ ਕੀ, ਜੇਕਰ ਤੁਸੀਂ ਉਹਨੂੰ 1 ਸਕਿੰਟ ਲਈ ਵੀ ਵਿਸ਼ੇਸ਼ ਜਾਂਚ ਟੀਮ ਨੇ ਉਤੋਂ ਪੁੱਛਗਿੱਛ ਨਹੀਂ ਸੀ ਕੋਈ ਕਰਨੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਵੇਲੇ ਸਿੱਖ ਜਗਤ ਦੇ ਵਿੱਚ ਜਿਹੜਾ ਸਭ ਤੋਂ ਭਖਿਆ ਹੋਇਆ ਮੁੱਦਾ ਉਹ ਇਹੀ ਹੈ ਕਿ ਭਾਰਤੀ ਹਕੂਮਤੀ ਤੰਤਰ ਨੇ ਧੱਕੇ ਨਾਲ ਤਿਰੰਗੇ ਥੋਪਣ ਦਾ ਭਾਰਤੀ ਨਾਗਰਿਕਾਂ ਉੱਤੇ ਜਿਹੜਾ ਪ੍ਰੋਗਰਾਮ ਲਿਖਿਆ ਹੋਇਆ ਉਹਦਾ ਵਿਰੋਧ ਕਰਨਾ ਹੈ ਤੇ ਖਾਲਸਾਈ ਜਿਹੜੇ ਪਰਚਮ ਉਹ ਚਲਾਉਣੇ ਆ। ਬੜੀ ਚੰਗੀ ਗੱਲ ਆ ਕਿ ਸਿੱਖ ਜਗਤ ਵਿੱਚ ਦਿਨੋਂ ਦਿਨ ਇਸ ਮਸਲੇ ਉੱਤੇ ਬਹੁਤ ਪੁਖਤਗੀ ਵੱਧ ਰਹੀ ਆ ਤੇ ਸਿੱਖ ਨੌਜਵਾਨ ਜਿਹੜੇ ਆ ਉਹ ਵੱਧ ਤੋਂ ਵੱਧ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਆ। ਭਾਰਤ ਵਿੱਚ ਹੀ ਨਹੀਂ, ਭਾਰਤ ਤੋਂ ਬਾਹਰ ਹੋਰ ਬਹੁਤ ਸਾਰੇ ਮੁਲਕਾਂ ਵਿੱਚੋਂ ਵੀ ਇਸ ਤਰੀਕੇ ਦੇ ਜਿਹੜੇ ਸੁਨੇਹੇ ਆ ਉਹ ਮਿਲ ਰਹੇ ਨੇ। ਕੁਝ ਖਬਰਾਂ ਇਹੋ ਜਿਹੀਆਂ ਮਿਲ ਰਹੀਆਂ ਨੇ। ਭਾਰਤ ਤੋਂ ਬਾਹਰ ਤਾਂ ਹਰ ਸਾਲ ਹੀ 15 ਅਗਸਤ ਨੂੰ ਜਾਂ 26 ਜਨਵਰੀ ਨੂੰ ਇਸ ਸਿਸਟਮ ਦੇ ਖਿਲਾਫ ਪ੍ਰੋਗਰਾਮ ਲੀਕੇ ਜਾਂਦੇ ਰਹੇ ਆ ਤੇ ਇੱਥੇ ਦਲ ਖਾਲਸਾ ਵੱਲੋਂ ਹਰ ਸਾਲ ਹੀ ਪ੍ਰੋਗਰਾਮ ਭਾਰਤ ਵਿੱਚ ਲੀਕਿਆ ਜਾਂਦਾ ਸੀ, ਅੰਮ੍ਰਿਤਸਰ ਦੇ ਵਿੱਚ ਜਾਂ ਜਲੰਧਰ ਜਾਂ ਮੋਗੇ। ਪਰ ਇੱਥੇ ਆਮ ਪਬਲਿਕ, ਆਮ ਸਿੱਖ ਸੰਗਤ ਬਹੁਤਾ ਕਿਤੇ ਇਸ ਤਰੀਕੇ ਨਾਲ ਵਿੱਚ ਪ੍ਰੋਗਰਾਮਾਂ ਦੇ ਇਨਵੋਲਵ ਨਹੀਂ ਸੀ। ਮੈਂ ਤਾਂ ਕਹਿੰਦਾ ਵੀ ਚੰਗਾ ਹੀ ਹੋਇਆ ਜਿਹੜਾ ਮੋਦੀ ਸਰਕਾਰ ਨੇ ਇਹ ਪੰਗਾ ਲਿਆ। ਐਤਕੀ ਸਾਰੇ ਜਿਹੜੇ ਸਿੱਖ ਨੇ ਉਹ ਇਸ ਗੱਲ ਦੇ ਉੱਤੇ ਬੜੀ ਦ੍ਰਿੜਤਾ ਨਾਲ ਡਟੇ ਹੋਏ ਨੇ। ਜਿਹੜੇ ਭਾਰਤੀ ਹਕੂਮਤੀ ਤੰਤਰ ਦੇ ਪਿੱਠੂ ਸਿੱਖ ਨੇ ਜਾਂ ਜਿਹੜੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਹੋਏ ਨੇ, ਉਹਨਾਂ ਨੂੰ ਸ਼ਾਇਦ ਇਹ ਵਹਿਮ ਆ ਵੀ ਅਸੀਂ ਜੇ ਤਿਰੰਗਾ ਚੱਕਾਂਗੇ ਤਾਂ ਬਚ ਜਾਾਂਗੇ। ਪਰ ਹਕੀਕਤ ਸਭ ਨੂੰ ਹੀ ਪਤਾ ਵੀ ਜਿੱਦਣ 26 ਜਨਵਰੀ ਨੂੰ ਉੱਥੇ ਲਾਲ ਕਿਲੇ ਤੇ ਸੰਗਤਾਂ ਨੇ ਪ੍ਰੋਗਰਾਮ ਕੀਤਾ, ਉਦੋਂ ਜਿਨ੍ਹਾਂ ਦੇ ਹੱਥ ਤਿਰੰਗੇ ਫੜੇ ਸੀ ਡਾਂਗ ਉਹਨਾਂ ਦੇ ਵੀ ਬਰਾਬਰ ਫਿਰੀ ਸੀ। ਤੇ 1984 ਦੇ ਨਵੰਬਰ ਮਹੀਨੇ ਵਿੱਚ ਜਿਨ੍ਹਾਂ ਨੂੰ ਇਹ ਵਹਿਮ ਸੀ ਵੀ ਅਸੀਂ ਤਾਂ ਦਿੱਲੀ ਰਹਿੰਦੇ ਹਾਂ, ਸਾਡਾ ਪੰਜਾਬ ਦੇ ਮਸਲੇ ਨਾਲ ਜਾਂ ਸਿੱਖਾਂ ਨਾਲ ਕੋਈ ਸਰੋਕਾਰ ਹੀ ਨਹੀਂ, ਉਹਨਾਂ ਦੇ ਵੀ ਗਲਾਂ 'ਚ ਬਲਦੇ ਹੋਏ ਟਾਇਰ ਪਾਉਣ ਵੇਲੇ ਉਹਨਾਂ ਨੇ ਬਹੁਤੀ ਕੋਈ ਕਸਰ ਨਹੀਂ ਸੀ ਛੱਡੀ। ਆ ਜਿਹੜੇ ਮਨਿੰਦਰ ਸਿੰਘ ਸਰਸੇ ਹੋਣੀ ਦਿੱਲੀ ਦੇ ਵਿੱਚ ਇਸ ਵੇਲੇ ਡਰਾਮੇਬਾਜ਼ੀਆਂ ਕਰ ਰਹੇ ਨੇ ਜਾਂ ਉਹਨਾਂ ਦੇ ਮਗਰ ਲੱਗ ਕੇ ਕਈ ਹੋਰ ਲੋਕ ਜਿਹੜੇ ਨੇ ਇਸ ਤਰੀਕੇ ਦੇ ਪ੍ਰੋਗਰਾਮ ਕਰਦੇ ਫਿਰਦੇ ਆ, ਉਹਨਾਂ ਸਭ ਨੂੰ ਇਸ ਵੇਲੇ ਲਾਹਣਤਾਂ ਪੈ ਰਹੀਆਂ ਨੇ
कि भाई 1984 चेते कर लो, पर इन्हां लोकां नूं सब कुछ चेता, सब कुछ पता, पर उन्हां दे कोल इहदे खिलाफ दलीलां बड़ियां इस वेले, पर वो दलीलां उस वेले सब मुक मुका जांदियां जदों बलदा होया टायर गल च पाउण लगणगे। सो ये अकल जिहड़ी आ इन्हां लोकां नूं उस मौके ही आऊगी जदों दुबारा किते हिंदू कट्टड़वाद जिहड़ा है वो दोबारा भगवे झंडे की थां ते तिरंगे झंडे हेठ मैदान विच आऊगा। इन्हां दे जिहड़े वहम ने उस वेले ही निकलणगे। खैर इत्थे एक कल जिहड़ी आपां पूर्व चर्चा कीती सी थोड़ी बहुती, अज उहदे विच थोड़ा जिहा विस्तार करांगे कि मजीठीए दी ड्रग केस दे विच जिहड़ी जमानत होई ਉਹਦੇ ਬਾਰੇ ਕਈ ਨਵੇਂ ਤੱਥ ਜਿਹੜੇ ਹੈਗੇ ਆ ਹੁਣ ਸਾਹਮਣੇ ਆਏ ਨੇ, ਜਿਹਦੇ ਉੱਤੇ ਮੀਡੀਆ ਦੇ ਵਿੱਚ ਚਰਚਾ ਜਿਹੜੀ ਹੈਗੀ ਆ ਉਹ ਪੂਰੇ ਜ਼ੋਰਾਂ ਤੇ ਹੈ। ਬੜੀ ਹੈਰਾਨੀ ਦੀ ਗੱਲ ਆ, ਮੈਂ ਖੁਦ ਕਈ ਵਾਰੀ ਜੇਲ੍ਹਾਂ ਥਾਣੇ ਦੇਖੇ ਨੇ, ਕਚਹਿਰੀਆਂ ਦੇਖੀਆਂ ਨੇ, ਤੇ ਕਈ ਵਾਰੀ ਤਾਂ ਜਿਵੇਂ ਹੁਣ ਸ਼ਿੰਗਾਰ ਬੰਬ ਕਾਂਡ ਜਿੱਦਾਂ 3.5 ਸਾਲ ਜੇਲ੍ਹ ਕੱਟੀ, ਇੱਥੇ ਸਾਡੇ ਪੰਜਾਬ ਦੇ ਵਿੱਚ ਆਮ ਲੋਕ ਕਹਿ ਦਿੰਦੇ ਨੇ ਵੀ ਜਿਹੜਾ ਬੰਦਾ 6 ਮਹੀਨੇ ਜੇਲ੍ਹ ਲਾਇਆ ਵੇ ਅੱਧਾ ਵਕੀਲ ਬਣ ਜਾਂਦਾ। ਸੋ ਅਸੀਂ ਇਹ ਵਕੀਲ ਅੱਧੇ ਬਣੇ ਕਿ ਪੂਰੇ ਇਹ ਤਾਂ ਸਾਨੂੰ ਪਤਾ ਨਹੀਂ, ਪਰ ਜਿਹੜੀ ਸਬਕ ਸਿੱਖੀ ਆ, ਜਿਹੜੀ ਅਕਲ ਆਈ ਆ, ਉਹਦੀ ਮੈਂ ਜੇ ਗੱਲ ਕਰਾਂ ਤਾਂ ਸਾਨੂੰ ਸਾਡੇ ਕੇਸਾਂ ਦੇ ਵਿੱਚ ਉੱਥੇ ਅਕਸਰ ਹੀ ਇਹ ਕਿਹਾ ਜਾਂਦਾ ਸੀ, ਕਿਉਂਕਿ ਸਾਡੇ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਕੇਸ ਹੁੰਦੇ ਸੀ ਉਹਦੇ 'ਚ ਦੇਸ਼ ਧਰੋਹ ਦੀ ਧਾਰਾ ਜਾਂ ਆਰਮਜ਼ ਐਕਟ, ਅਸਲਾ ਐਕਟ ਜਿਹਨੂੰ ਕਹਿੰਦੇ ਆ, ਉਹ ਜ਼ਰੂਰ ਲਾ ਦਿੰਦੇ ਸੀਗੇ। ਹੁਣ ਜਦੋਂ ਅਦਾਲਤ ਵਿੱਚ ਤਰੀਕਾਂ ਤੇ ਜਾਣਾ ਤਾਂ ਅਸੀਂ ਵਕੀਲਾਂ ਨੂੰ ਕਹਿਣਾ ਹੀ ਹੁੰਦਾ ਸੀਗਾ ਵੀ ਹੁਣ ਸਾਡੇ ਜ਼ਮਾਨਤ ਵਾਲੇ ਪਾਸੇ ਨੂੰ ਆਓ, ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ। ਤਾਂ ਵਕੀਲ ਸਾਹਿਬਾਨ ਦਾ ਕਹਿਣਾ ਹੁੰਦਾ ਸੀਗਾ ਕਿ ਹਜੇ ਤੁਹਾਡੇ ਚਲਾਨ ਪੇਸ਼ ਹੋਣਾ ਹੈ, ਚਲਾਨ ਪੇਸ਼ ਹੋਣ ਤੋਂ ਪਹਿਲਾਂ ਤਾਂ ਜ਼ਮਾਨਤ ਲਾਉਣ ਦਾ ਕੁਝ ਬਣਦਾ ਨਹੀਂ ਹੈਗਾ, ਕੋਈ ਮਤਲਬ ਨਹੀਂ ਤੁਹਾਡਾ, ਇਹ ਸੁਣਨੀ ਹੋਈ ਨਹੀਂ ਹੈਗੀ। ਫਿਰ ਹੇਠਲੀ ਅਦਾਲਤ ਦੇ ਵਿੱਚ ਪਹਿਲਾਂ ਰੱਦ ਕਰਵਾਉਣੀ, ਕਿਉਂਕਿ ਇਹ ਵਕੀਲ ਸਾਹਿਬਾਨ ਨੇ ਪਹਿਲਾਂ ਹੀ ਤੋਤਾ ਪੜਾਇਆ ਹੁੰਦਾ ਸੀ ਸਾਨੂੰ ਵੀ ਹੇਠਲੀ ਅਦਾਲਤ ਜਿੱਥੇ ਤੁਹਾਡਾ ਕੇਸ ਚੱਲਦਾ, ਟ੍ਰਾਇਲ ਕੋਰਟ ਆ, ਇਹਨੇ ਨਹੀਂ ਤੁਹਾਨੂੰ ਜ਼ਮਾਨਤ ਦੇਣੀ, ਪਹਿਲਾਂ ਇੱਥੋਂ ਰੱਦ ਕਰਾਓ, ਫਿਰ ਹਾਈ ਕੋਰਟ ਜਾਓ। ਜਦੋਂ ਹਾਈ ਕੋਰਟ ਜਾਣਾ ਤਾਂ ਉੱਥੇ ਫਿਰ ਸਰਕਾਰੀ ਪੱਖ ਨੇ ਵਿੱਚ ਫਾਨਾ ਫਸਾ ਦੇਣਾ ਬਈ ਜੀ ਜੇ ਇਹ ਬਾਹਰ ਆ ਗਏ ਤਾਂ ਗਵਾਹਾਂ ਨੂੰ ਡਰਾ ਧਮਕਾ ਸਕਦੇ ਆ। ਸੋ 3-4 ਤਰੀਕਾਂ ਪੈ ਜਾਣੀਆਂ, ਐਂ ਕਰਦੇ ਕਰਾਉਂਦਿਆਂ ਨੂੰ ਸਾਲ 1.5 ਸਾਲ ਲੰਘ ਜਾਂਦਾ ਸੀਗਾ, ਤੇ ਫਿਰ ਉੱਥੋਂ ਰਿਜੈਕਟ ਹੋ ਜਾਣੀ। ਜਦ ਤੱਕ ਇੱਕ ਦੋ ਜਿਹੜੇ ਗਵਾਹ ਸੀ ਉਹ ਭੁਗਤਣੇ, ਤੇ ਫਿਰ ਅਸੀਂ ਖੁਦ ਚਾਹਣਾ ਬਈ ਗਵਾਹੀਆਂ ਜਿਹੜੀਆਂ ਨੇਗੀਆਂ ਹੋ ਹੀ ਜਾਣ, ਤੇ ਜਦੋਂ 2-3 ਗਵਾਹੀਆਂ ਹੋਣ ਤੋਂ ਬਾਅਦ ਦੁਬਾਰਾ ਹਾਈ ਕੋਰਟ 'ਚ ਲਾਉਣੀ ਵੀ ਜੀ ਹੁਣ ਤਾਂ ਗਵਾਹੀਆਂ ਵੀ ਹੋ ਚੁੱਕੀਆਂ ਨੇ, ਸਾਨੂੰ ਜ਼ਮਾਨਤ ਦਿੱਤੀ ਜਾਵੇ। ਤਾਂ ਉਸ ਪ੍ਰਕਿਰਿਆ ਦੇ ਵਿੱਚ ਫਿਰ ਕੋਈ ਨਾ ਕੋਈ ਫਾਨਾ ਫਸਾ ਕੇ 2-3 ਤਰੀਕਾਂ ਹੋਰ ਰੰਘਾ ਕੇ 3-4 ਸਾਲ ਬਾਅਦ ਜਦੋਂ ਬੰਦੇ ਨੂੰ ਜ਼ਮਾਨਤ ਤੋਂ ਫੇਰ ਜਵਾਬ ਹੋਣਾ ਕਿਸੇ ਨਾ ਕਿਸੇ ਬਹਾਨੇ, ਤਾਂ ਬੰਦਾ ਇਹ ਸੋਚਦਾ ਸੀਗਾ ਵੀ ਹੁਣ ਜ਼ਮਾਨਤ ਨਾ ਹੀ ਲਾਈਏ, ਕਿਉਂਕਿ ਮੈਨੂੰ ਲੱਗਦਾ ਹੈਗਾ ਕਿ ਜੇ 2 ਮਹੀਨੇ ਹੋਰ ਦੇਖ ਲਈਏ ਸ਼ਾਇਦ ਜਿਹੜੇ 1-2 ਗਵਾਹ ਰਹਿੰਦੇ ਆ ਉਹ ਹੋਣ ਤੋਂ ਬਾਅਦ ਕੇਸ ਦਾ ਫੈਸਲਾ ਹੀ ਹੋ ਜੇ। ਸੋ 4-4.5 ਸਾਲ ਜੇਲ੍ਹ ਕਟਾ ਕੇ ਬੰਦੇ ਨੂੰ ਕਹਿ ਦਿੰਦੇ ਸੀ ਤੁਸੀਂ ਬਰੀ ਹੋ, ਤੁਸੀਂ ਜਾਓ ਘਰ ਨੂੰ। ਇਹ ਬੜਿਆਂ ਨਾਲ ਹੋਈ, ਸਾਡੇ ਆਲੇ ਦੁਆਲੇ ਉੱਥੇ ਬੜੇ ਹੀ ਲੋਕ ਸੀ ਇਹੋ ਜਿਹੇ, ਬੇਸ਼ੁਮਾਰ ਨੇ ਪੰਜਾਬ ਦੇ ਵਿੱਚ ਇਹੋ ਜਿਹੇ ਸਿੱਖ ਜਿਨ੍ਹਾਂ ਨੂੰ 3-4 ਸਾਲ ਜੇਲ੍ਹ ਕਟਾਉਣ ਤੋਂ ਬਾਅਦ ਕਹਿ ਦਿੰਦੇ ਨੇਗੇ ਵੀ ਤੁਸੀਂ ਜਾਓ, ਤੇ ਜ਼ਮਾਨਤ ਨਹੀਂ ਹੋਣ ਦਿੰਦੇ। ਕੋਈ ਨਾ ਕੋਈ ਫੱਚਰ, ਕੋਈ ਨਾ ਕੋਈ ਫਾਨਾ ਫਸਾਈ ਰੱਖਦੇ ਆ ਵੀ ਜ਼ਮਾਨਤ ਨਹੀਂ ਹੋਣ ਦਿੰਦੇ। ਹੁਣ ਆ ਜੋ ਬਿਕਰਮਜੀਤ ਸਿੰਘ ਮਜੀਠੀਏ ਵਾਲੇ ਕੇਸ ਵਿੱਚ, ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਹੀ ਇੱਕ ਬਦਨਾਮੀ ਵਾਲਾ ਕੇਸ ਆ, ਜਿਹਦੇ ਵਿੱਚ ਡਰੱਗਸ ਦੇ ਧੰਦੇ ਦਾ, ਕਾਲੇ ਕਾਰੋਬਾਰ ਦਾ ਰੌਲਾ। ਇਹ ਇਕੱਲਾ ਸਿਆਸੀ ਬਦਲਾਖੋਰੀ ਵਾਲਾ ਮਾਮਲਾ ਨਹੀਂ ਹੈਗਾ। ਇਸ ਮਾਮਲੇ ਦੇ ਵਿੱਚ ਪੰਜਾਬ ਦੀ ਜਿਹੜੀ ਜਵਾਨੀ ਆ ਉਹਦੀ ਨਸ਼ਲਕੁਸ਼ੀ ਦਾ ਮਾਮਲਾ ਜੁੜਿਆ ਹੋਇਆ, ਔਰ ਇਹਦੇ ਵਿੱਚ ਭਾਰਤੀ ਹਕੂਮਤੀ ਤੰਤਰ ਦਾ ਬਹੁਤ ਹੀ ਭੈੜਾ ਰੋਲ ਆ। ਤੇ ਇਸ ਮਸਲੇ ਦੇ ਵਿੱਚ ਸਿੱਖ ਸਰੋਕਾਰ ਵੀ ਜੁੜੇ ਹੋਏ ਨੇ, ਸਿੱਖ ਸੰਘਰਸ਼ ਨਾਲ ਜੁੜੀਆਂ ਹੋਈਆਂ ਜਿਹੜੀਆਂ ਜਜ਼ਬਾਤ ਨੇ, ਭਾਵਨਾਵਾਂ ਨੇ, ਉਹਨਾਂ ਦੀ ਵੀ ਗੱਲ ਆ। ਸੋ ਇਹ ਇੱਕ ਸਿੱਖੀ ਦੇ ਅਤੇ ਸਿੱਖਾਂ ਦੇ ਖਿਲਾਫ ਜਿਹੜੀ ਭਾਰਤੀ ਹਕੂਮਤ ਦੀ ਸਾਜ਼ਿਸ਼ ਹੈ ਕਿ ਪੰਜਾਬ ਦੀ ਜਵਾਨੀ ਨੂੰ ਹੁਣ AK-47 ਜਾਂ ਬੱਬਾਂ ਤੋਪਾਂ ਗੋਲਿਆਂ ਨਾਲ ਜਨਾ ਮਾਰੋ, ਇਹਨਾਂ ਨੂੰ ਹੁਣ ਨਸ਼ੇ ਨਾਲ ਮਾਰੋ ਤਾਂ ਕਿ ਇਹਨਾਂ ਦੀ ਬਦਨਾਮੀ ਵੀ ਹੋਵੇ ਤੇ ਇਹ ਖਤਮ ਵੀ ਹੋਣ। ਜਦੋਂ ਇਹਨਾਂ ਨੂੰ ਸਿੱਖਾਂ ਨੂੰ ਹਕੂਮਤ ਸੋਚਦੀ ਆ ਵੀ ਆਪਾਂ ਗੋਲੀਆਂ ਨਾਲ ਮਾਰਦੇ ਆ, ਫਿਰ ਇਹ ਝੂਠੇ ਮੁਕਾਬਲਿਆਂ 'ਚ ਜਦੋਂ ਮਾਰਦੇ ਆ ਫਿਰ ਇਹ ਸ਼ਹੀਦ ਹੋ ਜਾਂਦੇ ਨੇ, ਇਹਨਾਂ ਦਾ ਸਤਿਕਾਰ ਬਣ ਜਾਂਦਾ। ਸੋ ਨਸ਼ੇ ਰਾਹੀਂ ਮਾਰੋ ਤਾਂ ਕਿ ਇਹਨਾਂ ਦਾ ਤਿਰਸਕਾਰ ਹੋਵੇ। ਸੋ ਇਸ ਤਰੀਕੇ ਦੀ ਖੇਡ ਦੇ ਵਿੱਚ ਜਦੋਂ ਇਹਦਾ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਇਆ
ਉਸ ਤੋਂ ਬਾਅਦ ਵਿੱਚ ਕੇਜਰੀਵਾਲ ਨੇ, ਆਮ ਆਦਮੀ ਪਾਰਟੀ ਨੇ ਇਸ ਮਸਲੇ ਨੂੰ ਹੋਰ ਵੀ ਜ਼ਿਆਦਾ ਤੂਲ ਦਿੱਤੀ। ਅਖੀਰ ਉਹਨੇ ਮਾਫੀ ਵੀ ਮੰਗ ਲਈ। ਫਿਰ ਇਹ ਪਰਚਾ ਜਿਹੜਾ ਸੀ ਅੱਗੇ ਦੀ ਅੱਗੇ ਇਹ ਚਰਚਾ ਚੱਲਦੀ ਗਈ। ਅਖੀਰ ਜਦੋਂ ਚੰਨੀ ਵਾਲੀ ਸਰਕਾਰ ਬਣੀ ਥੋੜੇ ਜਿਹੇ ਟਾਈਮ ਲਈ ਕੈਪਟਨ ਦੇ ਜਾਣ ਤੋਂ ਬਾਅਦ, ਤਾਂ ਇਹ ਜਿਹੜੀ FIR ਆ ਜਾਂ ਪਰਚਾ ਇਹ ਦਰਜ ਹੋਇਆ ਤੇ ਇਹ ਫਿਰ ਅਦਾਲਤੀ ਲੜਾਈ ਸ਼ੁਰੂ ਹੋ ਗਈ। ਉਧਰੋਂ ਤਾਂ ਜਿਹੜੀ ਚੰਨੀ ਦੀ ਸਰਕਾਰ ਸੀ ਉਹਦੀ ਜਾਣ ਦੀ ਤਿਆਰੀ ਸੀ। ਇਧਰੋਂ ਅਦਾਲਤਾਂ ਦੇ ਵਿੱਚ ਹੇਠਲੀ ਅਦਾਲਤ ਤੋਂ ਉੱਪਰਲੀ ਅਦਾਲਤ ਤੱਕ ਬਿਕਰਮਜੀਤ ਸਿੰਘ ਮਜੀਠੀਆ ਨੇ ਭੱਜ ਦੌੜ ਕੀਤੀ। ਅਖੀਰ ਸੁਪਰੀਮ ਕੋਰਟ ਤੱਕ ਇਹ ਗੱਲ ਗਈ, ਜਿੱਥੋਂ ਇਹ ਹੁਕਮ ਹੋ ਗਿਆ ਕਿ ਤੈਨੂੰ ਭਾਈ ਸਰੈਂਡਰ ਕਰਨਾ ਪੈਣਾ, ਕਿਉਂਕਿ ਜਿਹੜਾ ਪੰਜਾਬ ਸਰਕਾਰ ਦਾ ਪੱਖ ਸੀਗਾ ਉਹ ਇਹੀ ਸੀਗਾ ਕਿ ਇਹਨੇ, ਜਦੋਂ ਅਸੀਂ ਇਹਨੂੰ ਹੋਰ ਏਜੰਸੀਆਂ ਕੋਲੇ ਸੱਦਦੇ ਸੀ, ED ਕੋਲੇ ਸੱਦਿਆ ਜਾਂ ਹੋਰ, ਇਹਨੇ ਕੋਆਪਰੇਟ ਨਹੀਂ ਕੀਤਾ ਤੇ ਅਸੀਂ ਇਹਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਆ ਉਹਦੇ ਰਾਹੀਂ ਸਾਰੀ ਜਿਹੜੀ ਪੜਤਾਲ ਕਰਨੀ। ਖੈਰ ਇਹਨੂੰ ਰਾਹਤ ਦਿੱਤੀ ਗਈ ਬਿਕਰਮਜੀਤ ਸਿੰਘ ਮਜੀਠੀਏ ਨੂੰ ਕਿ ਜਿਹੜਾ ਇਲੈਕਟ੍ਰੋਨਿਕ ਸਿਸਟਮ ਆ ਉਹ ਚੱਲ ਰਿਹਾ ਸੀ, ਵੋਟਾਂ ਦੀ ਪ੍ਰਕਿਰਿਆ ਚੱਲ ਰਹੀ ਸੀ, ਸੋ ਵੋਟਾਂ ਪੈ ਜਾਣ ਦੋ ਫੇਰ ਭਾਈ ਦੇਖਦੇ ਆ। ਸੋ ਇਸ ਚੱਕਰ ਦੇ ਵਿੱਚ ਜਦੋਂ ਇਹਨੇ ਸਰੈਂਡਰ ਕੀਤਾ ਅਦਾਲਤ ਵਿੱਚ, ਤਾਂ ਬਣਦਾ ਤਾਂ ਇਹ ਸੀਗਾ ਕਿ ਇਹਨੂੰ ਪੁਲਿਸ ਹਿਰਾਸਤ ਵਿੱਚ ਲਿਆ ਜਾਂਦਾ, ਹਿਰਾਸਤ ਵਿੱਚ ਲੈ ਕੇ ਤੋਂ ਪੁੱਛ ਪੜਤਾਲ ਕੀਤੀ ਜਾਂਦੀ, ਇਹਦੀ ਗ੍ਰਿਫਤਾਰੀ ਕੇਸ ਵਿੱਚ ਪਾ ਕੇ ਇਹਨੂੰ ਜਿਹੜੀ ਇਹ ਤੋਂ ਪੁੱਛਗਿੱਛ ਕਰਨੀ ਸੀ ਵਿਸ਼ੇਸ਼ ਜਾਂਚ ਟੀਮ ਨੇ, ਉਹ ਕਰਨ ਤੋਂ ਬਾਅਦ ਫਿਰ ਅੱਗੇ ਕਾਰਵਾਈ ਚੱਲਣੀ ਸੀਗੀ ਵੀ ਜਾਂਚ ਮੁਕੰਮਲ ਹੋ ਚੁੱਕੀ ਹੈ ਜੀ, ਹੁਣ ਅਸੀਂ ਚਲਾਨ ਪੇਸ਼ ਕਰਦੇ ਹਾਂ। ਚਲਾਨ ਪੇਸ਼ ਹੋਣ ਤੋਂ ਬਾਅਦ ਵਿੱਚ ਹਰ ਤਰੀਕ ਉੱਤੇ ਜੇਕਰ ਇਹਨੇ ਜ਼ਮਾਨਤ ਲਾਈ ਹੁੰਦੀ ਤਾਂ ਪੰਜਾਬ ਸਰਕਾਰ ਨੇ, ਇਹਨਾਂ ਦੇ ਵਕੀਲ ਸਾਹਿਬਾਨ ਨੇ ਠੋਕ ਵਜਾ ਕੇ ਇਹਦੀ ਵਿਰੋਧਤਾ ਕਰਨੀ ਸੀਗੀ ਕਿ ਇਹਦੀ ਜ਼ਮਾਨਤ ਨਾ ਹੋਣ ਦਿੱਤੀ ਜਾਵੇ। ਇਸ ਦਾ ਬੜਾ ਔਖਾ ਇਹਨੂੰ ਕਾਬੂ ਕੀਤਾ, ਸੁਪਰੀਮ ਕੋਰਟ ਤੱਕ ਅੱਗੇ ਪਤੀੜਾਂ ਹੋਈਆਂ ਸਾਡੀਆਂ। ਜਦੋਂ ਮੈਨੂੰ ਚੰਗੀ ਤਰ੍ਹਾਂ ਯਾਦ ਆ 2008 ਦੇ ਵਿੱਚ ਇੱਕ ਦਿਨ ਅਖਬਾਰ 'ਚ ਖਬਰ ਪੜ੍ਹੀ, ਮੇਰੇ ਨਾਂ ਦੇ ਉੱਤੇ ਲੱਗੀ ਹੋਈ ਸੀ ਖਬਰ ਵੀ ਗੈਰ ਜ਼ਮਾਨਤੀ ਵਾਰੰਟ ਜਾਰੀ, ਤੇ ਮੈਂ ਲੁਧਿਆਣੇ ਜਾ ਕੇ ਕੋਰਟ ਦੇ ਵਿੱਚ ਸਰੈਂਡਰ ਕੀਤਾ। 8-9 ਦਿਨ ਮੈਂ ਲੁਧਿਆਣੇ ਕੋਰਟ ਦੇ ਲੁਧਿਆਣੇ ਜੇਲ੍ਹ ਵਿੱਚ ਰਿਹਾ ਜਦ ਨੇ ਮੈਨੂੰ ਜੇਲ੍ਹ ਭੇਜਤਾ, ਤੇ ਉੱਥੇ ਬੈਠੇ ਨਿੱਤ ਲੀਕਦੇ ਹੁੰਦੇ ਸੀਗੇ ਵੀ ਕਿੱਦਣ ਮੇਰੀ ਗ੍ਰਿਫਤਾਰੀ ਪਾਉਂਦੇ ਆ ਕੇਸ ਵਿੱਚ ਜਿਹਦੇ 'ਚ ਮੇਰੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਆ। ਤੇ ਇੱਕ ਦਿਨ ਜਦੋਂ ਪੁਲਿਸ ਆਈ ਉੱਥੇ ਮੈਨੂੰ ਲੈਣ, ਮੈਨੂੰ ਪੇਸ਼ ਕੀਤਾ, ਫਿਰ ਮੈਨੂੰ CS ਸਟਾਫ ਲੁਧਿਆਣੇ ਤੇ ਦਾਖੇ ਥਾਣੇ ਰੱਖਿਆ, ਤੇ ਉਦੋਂ ਮੇਰੇ ਵਕੀਲ ਸਾਹਿਬਾਨ ਨੇ ਜਾਂ ਜਿਹੜੀ ਮੇਰੇ ਪੈਰਵਾਈ ਕਰਦੇ ਸੀ ਉਹਨਾਂ ਸਾਰਿਆਂ ਨੇ ਕਿਹਾ ਕਿ ਹੁਣ ਤੇਰੀ ਅਸਲੀ ਪੈਰਵਾਈ, ਅਸਲੀ ਜਿਹੜੀ ਕਾਰਵਾਈ ਅਦਾਲਤੀ ਉਹ ਚੱਲੀ। ਹੁਣ ਇਹਦੇ ਉਲਟ ਬਿਲਕੁਲ ਮਜੀਠੀਏ ਵਾਲਾ ਕੇਸ ਆ। ਮਜੀਠੀਏ ਨੂੰ ਜਦੋਂ ਅਦਾਲਤ 'ਚ ਇਹਨੇ ਸਰੈਂਡਰ ਕੀਤਾ, ਉਦੋਂ ਬਾਅਦ ਪੁਲਿਸ ਨੇ ਇਹਨੂੰ ਵਿਸ਼ੇਸ਼ ਜਾਂਚ ਟੀਮ ਨੇ 1 ਸਕਿੰਟ ਲਈ ਵੀ ਪੁੱਛਗਿੱਛ ਲਈ ਨਹੀਂ ਸੱਦਿਆ ਜਾਂ ਪੁੱਛਗਿੱਛ ਨਹੀਂ ਕੀਤੀ। ਸੋ ਲੋੜ ਬਣਦੀ ਸੀ, ਮੇਰੇ 7-8 ਵਾਰੀ ਰਿਮਾਂਡ ਹੋਇਆ। ਇਸ ਆਮ ਗੱਲ ਆ ਕਿ 7-8 ਦਿਨ ਦਾ ਰਿਮਾਂਡ ਲੈਂਦੇ ਆ ਪੁਲਿਸ ਵਾਲੇ, ਪਰ ਇਹਦਾ ਰਿਮਾਂਡ ਰਿਪੋਰਟ ਨਹੀਂ ਕੋਈ ਲਿਆ, ਇਹਨੂੰ ਸਿੱਧਾ ਜੇਲ੍ਹ ਭੇਜਤਾ। ਤੇ ਇਹਦੀ ਜਦੋਂ ਪੁੱਛਗਿੱਛ ਹੀ ਨਹੀਂ ਕੀਤੀ ਵਿਸ਼ੇਸ਼ ਜਾਂਚ ਟੀਮ ਨੇ, ਜਦੋਂ ਕੋਈ ਗੱਲ ਹੀ ਨਹੀਂ ਬਣੀ, ਤਾਂ ਇਹਦੇ ਲਈ ਸੌਖਾ ਹੋ ਗਿਆ। ਇਹ ਫਿਰ ਹਾਈ ਕੋਰਟ ਦੇ ਵਿੱਚ ਚਲੇ ਗਿਆ ਕਿ ਮੇਰੀ ਜ਼ਮਾਨਤ ਦਿਓ। ਹੋਣਾ ਤਾਂ ਉੱਥੇ ਇਹ ਚਾਹੀਦਾ ਸੀ ਕਿ ਪੰਜਾਬ ਸਰਕਾਰ ਦੇ ਵਕੀਲ ਕਹਿੰਦੇ ਭਾਈ ਜ਼ਮਾਨਤ ਕਾਹਦੀ, ਤੇਰੀ ਤਾਂ ਹਜੇ ਅਸੀਂ ਪੁੱਛਗਿੱਛ ਹੀ ਨਹੀਂ ਕੀਤੀ, ਜਾਂ ਇਹਨੂੰ ਕਹਿੰਦੇ ਅਦਾਲਤ ਨੂੰ ਕਿ ਅਸੀਂ ਇਹਦੀ ਪੁੱਛਗਿੱਛ ਕਰਨੀ ਆ, ਇਹਦੀ ਵਿਸ਼ੇਸ਼ ਜਾਂਚ ਟੀਮ ਤੇ ਕ੍ਰਾਸ ਕੁਐਸਚਨਿੰਗ ਹੋਣੀ ਆ, ਫਿਰ ਅਸੀਂ ਇਹਦਾ ਚਲਾਨ ਪੇਸ਼ ਕਰਨਾ। ਇਹਦੇ ਚਲਾਨ ਤਾਂ ਕੀ, ਇਹਦਾ ਜੇ ਪੁੱਛਗਿੱਛ ਵੀ ਨਹੀਂ ਹੋਈ, ਇਹ ਜ਼ਮਾਨਤ ਦੀ ਅਰਜ਼ੀ ਚੱਕੀ ਫਿਰਦਾ ਇੱਥੇ। ਪਰ ਹੋਇਆ ਬਿਲਕੁਲ ਉਲਟ। ਪਹਿਲੀ ਗੱਲ ਤਾਂ ਇਹ ਗੱਲ ਚੇਤੇ ਰੱਖਣ ਦੀ ਲੋੜ ਆ ਸਾਰਿਆਂ ਨੂੰ ਜਿਹੜੇ ਸੁਣ ਰਹੇ ਆ ਭੈਣ ਭਰਾ, ਕਿ ਜਦੋਂ ਇਹਨੇ ਸਰੈਂਡਰ ਕੀਤਾ ਹਜੇ ਉਦੋਂ ਚੰਨੀ ਵਾਲੀ ਸਰਕਾਰ ਆ ਜਿਹੜੀ ਉਹ ਖਤਮ ਹੋ ਚੁੱਕੀ ਸੀ। ਨਵੀਂ ਜਿਹੜੀ ਸਰਕਾਰ ਆ, ਜਿਹੜੀ ਆ ਭਗਵੰਤ ਮਾਨ ਵਾਲੀ ਆ, ਇਹਨੇ ਹਜੇ ਚਾਰਜ ਲੈਣਾ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਅਫਸਰਸ਼ਾਹੀ ਸੀ ਉਹਨੇ ਆਪਦੇ ਲੈਵਲ ਦੇ ਉੱਤੇ ਜੋ ਉਹਨੂੰ ਚੰਗਾ ਲੱਗਿਆ ਉਹਨੇ ਕਰਨਾ ਸੀ। ਨਾ ਚੰਨੀ ਵਾਲੀ ਸਰਕਾਰ ਦਾ ਉਹਦੇ ਤੇ ਕੋਈ ਦਬਾਅ ਸੀ, ਨਾ ਉਹਤੇ ਭਗਵੰਤ ਮਾਨ ਵਾਲੀ ਸਰਕਾਰ ਦਾ ਦਬਾਅ ਸੀ। ਸੋ ਜਿਹੜਾ ਅੱਜ ਤੱਕ ਇਹ ਰੰਡੀ ਰੋਣਾ ਜਿਹਾ ਆਪਾਂ ਸੁਣਦੇ ਆਏ ਆ ਕਿ ਅਫਸਰਸ਼ਾਹੀ ਪਿੱਟਦੀ ਆ ਕਿ ਸਾਨੂੰ ਜੀ ਸਿਆਸੀ ਦਬਾਅ ਹੇਠ ਕੰਮ ਕਰਵਾਇਆ ਜਾਂਦਾ, ਉਹਨਾਂ ਦਿਨਾਂ ਦੇ ਵਿੱਚ ਅਫਸਰਸ਼ਾਹੀ ਨੇ ਆਪਦੀ ਮਰਜ਼ੀ ਨਾਲ ਕੰਮ ਕੀਤਾ। ਨਾ ਤਾਂ ਚੰਨੀ ਵਾਲੀ ਸਰਕਾਰ ਕੁਝ ਕਰ ਸਕਦੀ ਸੀ, ਨਾ ਭਗਵੰਤ ਮਾਨ ਵਾਲੀ। ਪਰ ਜੋ ਕੁਝ ਕੀਤਾ ਉਹ ਸਰਾਸਰ ਗਲਤ ਵਾ। ਇਹਨਾਂ ਨੂੰ ਰਿਮਾਂਡ ਲੈਣਾ ਚਾਹੀਦਾ ਸੀ ਅਫਸਰਸ਼ਾਹੀ ਨੂੰ। ਸੋ ਅਫਸਰਸ਼ਾਹੀ ਨੇ ਤਾਂ ਜੋ ਕੀਤਾ ਸੋ ਕੀਤਾ, ਪੁੱਛਗਿੱਛ ਨਹੀਂ ਕੀਤੀ। ਤੇ ਬਾਅਦ ਵਿੱਚ ਜਦੋਂ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਤੀ ਸੀ, ਉਦੋਂ ਭਗਵੰਤ ਮਾਨ ਵਾਲੀ ਸਰਕਾਰ ਨੂੰ ਹੋਰ ਹੀ ਕੰਮ ਲੱਭਿਆ ਹੋਇਆ ਸੀ।
ਕਦੇ ਡੀਜੀਪੀ ਉਹ ਲਾਤਾ, ਕਦੇ ਡੀਜੀਪੀ ਆਹ ਲਾਤਾ। ਇੱਕ ਤਾਂ ਇਹ ਖੇਡ ਚੱਲਦੀ ਸੀ। ਦੂਜੀ ਖੇਡ ਉਹਨਾਂ ਨੇ ਉਹ ਸ਼ੁਰੂ ਕੀਤੀ ਹੋਈ ਸੀ ਵੀ ਐਡਵੋਕੇਟ ਜਨਰਲ ਜਿਹੜਾ ਹੈ ਕਦੇ ਫਲਾਨਾ ਲਾਤਾ, ਕਦੇ ਧਮਕਾਨਾ ਲਾਤਾ। ਜਿਹੜਾ ਇਸ ਵੇਲੇ ਐਡਵੋਕੇਟ ਜਨਰਲ ਵਾ ਉਹਦੇ ਬਾਰੇ ਤਾਂ ਸਾਰੇ ਰੰਡੀ ਰੋਣਾ ਪਿਆ, ਪੂਰਾ ਉਹਦਾ ਰੌਲਾ ਪਿਆ ਵੀ ਉਹ ਤਾਂ ਜੀ ਜਿਹੜਾ ਹੈਗਾ ਸਰਸੇ ਵਾਲੇ ਨਾਲ ਜਾਂ ਬਾਦਲ ਦਲ ਨਾਲ ਸਹਿਮਤ ਆ, ਸਮੇਧ ਸੈਣੀ ਦਾ ਵੀ ਵਕੀਲ ਰਿਹਾ। ਖੈਰ ਉਸ ਮਸਲੇ ਦੇ ਵਿੱਚ ਹੋਇਆ ਇਹ ਕਿ ਭਗਵੰਤ ਮਾਨ ਦੀ ਸਰਕਾਰ ਦੇ ਹੱਥ ਵਿੱਚ ਜਦੋਂ ਪੂਰੀ ਤਾਕਤ ਆ ਗਈ ਸੀ, ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲਾਂ ਨੇ ਮਜੀਠੀਏ ਦੀ ਜ਼ਮਾਨਤ ਦੀ ਅਰਜ਼ੀ ਦਾ ਹਾਈ ਕੋਰਟ ਦੇ ਵਿੱਚ ਵਿਰੋਧ ਕਰਨਾ ਸੀ, ਪਰ ਨਹੀਂ ਕੀਤਾ। ਤੇ ਜੱਜ ਜਿਹੜੇ ਸੀ ਉਹ ਕਦੇ ਕੋਈ ਛੁੱਟੀ ਲੈ ਜਾ ਕਰੇ, ਕਦੇ ਕੋਈ ਸੁਣਵਾਈ ਤੋਂ ਕਹਿਦਾ ਕਰੇ ਮੈਂ ਨਹੀਂ ਕਰਨੀ। ਅਖੀਰ ਕੱਲ ਸਵੇਰੋਂ ਇਹ ਖਬਰ ਆ ਗਈ ਕਿ ਜੀ ਜੱਜ ਸਾਹਿਬ ਨੇ ਉਹਨੂੰ ਜਿਹੜਾ ਹੈਗਾ ਜ਼ਮਾਨਤ ਦੇ ਦਿੱਤੀ ਹੈ। ਇੱਕ ਤਾਂ ਚਲੋ ਸਾਫ਼ ਜੀ ਗੱਲ ਪਤਾ ਹੀ ਹੈ ਸਭ ਨੂੰ ਕਿ ਸੌਦੇਬਾਜ਼ੀ ਹੋਈ ਆ। ਜਿਹੜਾ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਨੂੰ ਬਾਦਲ ਦਲ ਨੇ ਹਮਾਇਤ ਦਿੱਤੀ ਆ, ਉਹਦੇ ਬਦਲੇ ਵਿੱਚ ਇਹ ਉਹਨਾਂ ਨੂੰ ਲਾਹਾ ਮਿਲ ਗਿਆ ਕਿ ਤੁਹਾਡੇ ਅਸੀਂ ਬੰਦੇ ਦੀ ਜ਼ਮਾਨਤ ਕਰਾ ਦੇਣੀ। ਪਰ ਇਹ ਜ਼ਮਾਨਤ ਦਾ ਜਿਹੜਾ ਹੁਕਮ, ਜਿਹੜਾ ਅਦਾਲਤ ਦੇ ਜੱਜ ਦਾ ਜਿਹੜਾ ਆਰਡਰ ਬਣਾ, ਉਹਨੂੰ ਪੜ੍ਹਨ ਦੀ ਲੋੜ। ਉਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਸਾਡੇ ਜਿਹੜੇ ਸਾਹਮਣੇ ਕਾਗਜ਼ਾਤ ਨੇ ਇਹਦੇ ਰਿਕਾਰਡ ਦੇ ਹਿਸਾਬ ਨਾਲ ਮਜੀਠੀਆ ਕਿਸੇ ਵੀ ਤਰੀਕੇ ਨਾਲ ਦੋਸ਼ੀ ਸਿੱਧ ਨਹੀਂ ਹੁੰਦਾ। ਇਸ ਗੱਲ ਦਾ ਬਹੁਤ ਵੱਡਾ ਅਰਥ ਹੈ, ਬੜੇ ਵੱਡੇ ਇਹਦੇ ਮਤਲਬ ਨੇ। ਜਦੋਂ ਵੀ ਇਹ ਕੇਸ ਅੱਗੇ ਜਾ ਕੇ ਐਂਡ ਤੇ ਆਊਗਾ ਆਪਦੇ, ਉਦੋਂ ਆ ਜਿਹੜੀ ਜੱਜ ਦੀ ਜ਼ਮਾਨਤ ਵੇਲੇ ਜੱਜਮੈਂਟ ਆ, ਇਹ ਉਸ ਮੌਕੇ ਪੂਰੀ ਜੱਜਮੈਂਟ ਨੂੰ ਪ੍ਰਭਾਵਿਤ ਕਰੂਗੀ। ਤੇ ਉਦੋਂ ਜੱਜ ਦੇ ਉਸ ਵੇਲੇ ਦੇ ਜੱਜ ਦੇ ਸਾਹਮਣੇ ਆ ਜਿਹੜੀ ਸ਼ਬਦਾਵਲੀ ਆ, ਇਹ ਇੱਕ ਹਰਡਲ ਦਾ ਕੰਮ ਕਰੂ, ਰੋਕ ਦਾ ਕੰਮ ਕਰੂ। ਸਪਸ਼ਟ ਤੌਰ ਦੇ ਉੱਤੇ ਮਜੀਠੀਆ ਨੂੰ ਬਰੀ ਕਰਨਾ ਪਊਗਾ, ਕਿਉਂਕਿ ਅੱਜ ਹੀ ਲਿਖ ਦਿੱਤਾ ਗਿਆ ਕਿ ਇਹ ਦੋਸ਼ੀ ਨਹੀਂ। ਇਹ ਅਦਾਲਤ ਦੇ ਜੱਜਮੈਂਟ ਦੇ ਜ਼ਮਾਨਤ ਦੇ ਕਾਗਜ਼ਾਂ ਦੇ ਉੱਤੇ ਲਿਖਿਆ ਹੋਇਆ ਕਿ ਉਹ ਦੋਸ਼ੀ ਨਹੀਂ ਹੈ। ਦੋਸ਼ੀ ਕਿਉਂ ਨਹੀਂ ਹੈ? ਕਿਉਂਕਿ ਰਿਕਾਰਡ ਬੋਲਦਾ। ਰਿਕਾਰਡ ਤਾਂ ਬਣਨ ਨਹੀਂ ਦਿੱਤਾ। ਜਦੋਂ ਤੁਸੀਂ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨੂੰ ਤੁਸੀਂ ਹਿਰਾਸਤ ਵਿੱਚ ਨਹੀਂ ਲੈਂਦੇ, ਵਿਸ਼ੇਸ਼ ਜਾਂਚ ਟੀਮ ਉਹਦੇ ਕੋਈ ਸਟੇਟਮੈਂਟ ਨਹੀਂ ਲੈਂਦੀ, ਤੇ ਉਹ ਚੁੱਪ ਕਰਕੇ ਅਦਾਲਤ ਵਿੱਚ ਆ ਗਿਆ। ਜਦੋਂ ਉਹਦੇ ਕੋਲੋਂ ਪੁੱਛਗਿੱਛ ਕਰਨੀ ਹੋਈ ਨਹੀਂ ਤੇ ਫਿਰ ਤਾਂ ਉਹਦੇ ਕਾਗਜ਼ ਸਾਫ਼ ਨੇ। ਸੋ ਪੰਜਾਬ ਸਰਕਾਰ ਅੱਜ ਇਸ ਗੱਲ ਲਈ ਲੋਕਾਂ ਦੇ ਵਿੱਚ ਤੋਏ ਤੋਏ ਹੋ ਰਹੀ ਆ ਕਿ ਐਡਾ ਰੰਡੀ ਰੋਣਾ ਪਾ ਕੇ, ਐਡਾ ਰੌਲਾ ਪਾ ਕੇ ਉਹਨੂੰ ਫੜਨ ਦਾ ਮਤਲਬ ਕੀ? ਜੇਕਰ ਤੁਸੀਂ ਉਹਨੂੰ 1 ਸਕਿੰਟ ਲਈ ਵੀ ਵਿਸ਼ੇਸ਼ ਜਾਂਚ ਟੀਮ ਨੇ ਉਹ ਤੋਂ ਪੁੱਛਗਿੱਛ ਨਹੀਂ ਸੀ ਕੋਈ ਕਰਨੀ, ਨਾ ਉਹ ਤੋਂ ਪੁੱਛਗਿੱਛ ਕੀਤੀ, ਨਾ ਕੋਈ ਚਲਾਨ ਪੇਸ਼ ਹੋਇਆ। ਤੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਖੀਰ ਅਦਾਲਤ ਨੇ ਬੜੇ ਸੋਹਣੇ ਸ਼ਬਦਾਂ 'ਚ ਇਹੋ ਜਿਹਾ ਜਿਹੜਾ ਸ਼ਬਦਾਵਲੀ ਆ ਨਾ, ਕਿਸੇ ਜ਼ਮਾਨਤ ਦੇ ਕਾਗਜ਼ਾਂ 'ਚ ਅੱਜ ਤੱਕ ਨਹੀਂ ਕਿਸੇ ਨੇ ਦੇਖੀ ਹੋਣੀ। ਸੋ ਬਿਕਰਮਜੀਤ ਸਿੰਘ ਮਜੀਠੀਆ ਦਾ ਮੁਕੱਦਮਾ ਪਹਿਲਾ ਮੁਕੱਦਮਾ ਹੋ ਸਕਦਾ ਭਾਰਤੀ ਇਤਿਹਾਸ ਦੇ ਵਿੱਚ ਕਿ ਆਤਮ ਸਮਰਪਣ ਸਰੈਂਡਰ ਕਰਨ ਤੋਂ ਬਾਅਦ ਦੋਸ਼ੀ ਮੰਨੇ ਜਾਂਦੇ ਬੰਦੇ ਨੂੰ ਜਿਹੜੀ ਵਿਸ਼ੇਸ਼ ਜਾਂਚ ਟੀਮ ਡਰੱਗਸ ਦੇ ਮਾਮਲੇ ਉੱਤੇ ਇਸ FIR ਨੂੰ ਕੰਟਰੋਲ ਕਰਦੀ ਆ, ਇਹਦਾ ਸਾਰਾ ਨਿਰੀਖਣ ਕਰਦੀ ਹੈ, ਇਹਦੀ ਪੈਰਵਾਈ ਕਰਦੀ ਹੈ, ਉਹ 1 ਸਕਿੰਟ ਲਈ ਵੀ ਆਪਦੀ ਹਿਰਾਸਤ ਵਿੱਚ ਨਾ ਲਵੇ ਤੇ ਉਲਟਾ ਉਹਨੂੰ ਜੇਲ੍ਹ ਭੇਜਣ ਦੀ ਸਹਿਮਤੀ ਦੇਣੀ। ਇਹ ਪਹਿਲਾ ਕੇਸ ਆ। ਦੂਜਾ, ਇਹ ਪਹਿਲਾ ਕੇਸ ਆ ਜਿਹਦੇ ਵਿੱਚ ਪੁਲਿਸ ਜਿਹੜੀ ਆ ਜਾਂ ਵਕੀਲ ਜਿਹੜੇ ਨੇ ਜਾਂ ਸਰਕਾਰੀ ਪੰਜਾਬ ਸਰਕਾਰ ਦੇ ਜਿਹੜੇ ਵਕੀਲ ਨੇ, ਉਹਨਾਂ ਨੇ ਅਦਾਲਤ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਆ ਜਿਹੜੀ ਉਹਦਾ ਵਿਰੋਧ ਨਹੀਂ ਕੀਤਾ। ਜੇ ਕੀਤਾ ਤਾਂ ਸ਼ੋਸ਼ੇਬਾਜ਼ੀ ਕੀਤੀ, ਡਰਾਮਾ ਕੀਤਾ, ਲੋਕਾਂ ਨੂੰ ਲੱਗਣ ਤਾਂ ਲਾਇਆ ਬਈ ਜੀ ਜ਼ਮਾਨਤ ਜਿਹੜੀ ਆ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ। ਪਰ ਸਾਰੀ ਗੱਲ ਦਾ ਮੂਲ ਮੁੱਦਾ ਇਹ ਸੀ ਕਿ ਜ਼ਮਾਨਤ ਹੋਣ ਦੇਣੀ। ਜਿਸ ਜਾਂਚ ਏਜੰਸੀ ਦਾ ਕੰਮ, ਜਿਸ ਪੰਜਾਬ ਸਰਕਾਰ ਦੇ ਵਕੀਲਾਂ ਦੀ ਟੀਮ ਦਾ ਕੰਮ ਮਜੀਠੀਏ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੱਖਣ ਦਾ ਸੀ, ਉਹੀ ਜਾਂਚ ਟੀਮ, ਉਹੀ ਪੰਜਾਬ ਸਰਕਾਰ ਦਾ ਸਾਰਾ ਸਿਸਟਮ। ਮੈਂ ਇੱਥੇ ਰੋਕ ਕੇ ਇੱਕ ਗੱਲ ਫੇਰ ਸਾਂਝੀ ਕਰਨੀ ਚਾਹੁੰਦਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਸ ਵੇਲੇ ਬੇਸ਼ੁਮਾਰ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਬਿਲਕੁਲ ਬੇਕਾਰ ਜਿਹੇ ਕੇਸ ਵਿੱਚ, ਇੱਕ ਨਾ
ਜੇ 25 54 68 ਦਾ ਕੇਸ ਜਿਹਨੂੰ ਕਹਿੰਦੇ ਆ ਅਸੀਂ, ਜਾਣੀ ਕਿ ਇੱਕ ਦੇਸੀ ਪਿਸਤੌਲ ਕਿਸੇ ਕੋਲੋਂ ਫੜਿਆ ਜਾਵੇ, ਉਹ ਬੰਦਾ 7-8 ਸਾਲ ਅੰਦਰ ਆਰਾਮ ਨਾਲ ਕੱਟ ਸਕਦਾ, ਇਹ ਜੇ ਆਪਦੀ ਆਈ ਤੇ ਆ ਜਾਵੇ ਸਿਸਟਮ। ਨਹੀਂ ਹੋਣ ਦਿੰਦੇ ਜ਼ਮਾਨਤ, ਬੜਾ ਉਲਝਾਉਂਦੇ ਆ ਬੰਦੇ ਨੂੰ। ਇੱਕ 7-51 ਹੀ ਬੰਦੇ ਨੂੰ ਲੈ ਕੇ ਬਹਿ ਜਾਂਦੀ ਹੈ ਇਸ ਮੁਲਕ ਦੇ ਵਿੱਚ। ਪਰ ਇੱਥੇ ਐਡਾ ਵੱਡਾ ਹਾਈ ਪ੍ਰੋਫਾਈਲ ਕੇਸ ਆ ਤੇ 4-4.5 ਮਹੀਨੇ ਦੇ ਵਿੱਚ ਚਲਾਨ ਪੇਸ਼ ਹੋਣ ਤੋਂ ਬਗੈਰ, ਇੱਕ ਵੀ ਗਵਾਹੀ ਹੋਣ ਤੋਂ ਬਗੈਰ, ਬੰਦੇ ਨੂੰ 1 ਸਕਿੰਟ ਲਈ ਵੀ ਹਿਰਾਸਤ ਵਿੱਚ ਲੈ ਤੋਂ ਬਗੈਰ ਉਹ ਜ਼ਮਾਨਤ ਹੋ ਗਈ ਤੇ ਬੰਦਾ ਆਉ ਗਿਆ। ਇਹਨੂੰ ਫਿਰ ਕੀ ਸਮਝਿਆ ਜਾਵੇ? ਸਾਫ਼ ਜੀ ਗੱਲ ਹੈ ਕਿ ਕੇਜਰੀਵਾਲ ਹੁਣਾਂ ਨੂੰ ਇਸ ਗੱਲ ਦੀ ਚਿੜ ਸੀ ਕਿ ਮੇਰੇ ਤੋਂ ਮਾਫੀ ਮੰਗਾਈ ਆ, ਸੋ ਉਹਨੇ ਆਪਦੀ ਕਿਹੜ ਕੱਢ ਲਈ ਕਿ ਇੱਕ ਵਾਰੀ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਤੈਨੂੰ ਜੇਲ੍ਹ ਦਿਖਾਉਣੀ ਹੋਈ ਸੀ, ਮੈਂ ਸਲਾਖਾਂ ਪਿੱਛੇ ਭੇਜਣਾ ਸੀ। ਦੂਜੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਾਰੀ ਜਿਹੜੀ ਹਾਇਰਕੀ ਆ, ਲੀਡਰਸ਼ਿਪ, ਇਹਨਾਂ ਸਾਰਿਆਂ ਨੇ ਕਿਹਨੂੰ ਕੀ ਦਿੱਤਾ, ਕੀ ਤੋਂ ਕੀ ਕਹਾਇਆ, ਕਿੱਥੇ ਸਿਫਾਰਿਸ਼ ਲੱਗੀ, ਕਿੱਥੇ ਮਾਇਆ ਖਰਚੀ ਗਈ, ਕਿੱਥੇ ਰਾਸ਼ਟਰਪਤੀ ਦੀ ਚੋਣ ਦੇ ਮੌਕੇ ਸੌਦਾ ਹੋਇਆ, ਕਿਵੇਂ ਹੋਇਆ, ਇਹ ਤਾਂ ਵਾਹਿਗੁਰੂ ਜਾਣੇ। ਪਰ ਅਗਲਿਆਂ ਨੇ ਆਪਦਾ ਬੰਦਾ ਬਾਹਰ ਕਢਾ ਲਿਆ। ਬਿਕਰਮਜੀਤ ਸਿੰਘ ਮਜੀਠੀਏ ਦੇ ਬਾਹਰ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਮਜੀਠੀਆ ਬੇਦੋਸ਼ਾ ਵਾ, ਨਾ ਹੀ ਉਹਦਾ ਮਤਲਬ ਇਹ ਹੈ ਬਈ ਜਿਹੜੇ ਵਕੀਲ ਜਾਂ ਜਿਹੜੇ ਪੈਰਵਾਈ ਕਰਦੇ ਸੀ ਲੋਕ, ਉਹ ਬਿਕਰਮਜੀਤ ਮਜੀਠੀਏ ਲਈ ਬੜੇ ਵੱਡੇ ਤੇ ਬੜੇ ਘੈਂਟ ਸੀ। ਹਕੀਕਤ ਇਹ ਹੈ ਕਿ ਪੰਜਾਬ ਦੀ ਭਗਵੰਤ ਮਾਨ ਵਾਲੀ ਸਰਕਾਰ ਦੀ ਹਾਰ ਆਏ। ਇਹ ਥੱਪੜ ਆ ਉਹਨਾਂ ਲੋਕਾਂ ਤੇ ਜਿਹੜੇ ਆਮ ਆਦਮੀ ਪਾਰਟੀ ਦੀ ਇਸ ਲੀਡਰਸ਼ਿਪ ਦੇ ਗੋਗੇ ਗਾਉਂਦੇ ਫਿਰਦੇ। ਇਸ ਪੰਜਾਬ ਸਰਕਾਰ ਦੀ ਸਾਰੀ ਅਫਸਰਸ਼ਾਹੀ ਦੋਸ਼ੀ ਆ ਇਸ ਗੱਲ ਦੇ ਲਈ ਕਿ ਬਿਕਰਮਜੀਤ ਮਜੀਠੀਏ ਨੂੰ ਜ਼ਮਾਨਤ ਸਕਿੰਟਾਂ 'ਚ ਹੋਣ ਦਿੱਤੀ। ਇਹੀ ਅਫਸਰਸ਼ਾਹੀ, ਇਹੀ ਅਦਾਲਤੀ ਸਿਸਟਮ, ਇਹੀ ਪੰਜਾਬ ਪੁਲਿਸ ਆਮ ਲੋਕਾਂ ਨੂੰ ਬਗੈਰ ਕਿਸੇ ਗੱਲ ਤੋਂ, ਬਗੈਰ ਕਿਸੇ ਲੋੜ ਤੋਂ ਝੂਠਾ ਕੇਸ, ਮੈਂ ਇੱਥੇ ਬੈਠਾ, ਸਾਡੇ ਲੋਕਲ ਥਾਣੇ ਦਾ ਇੱਕ ASI ਆਪਦੇ ਕੋਲੋਂ ਦੇਸੀ ਪਿਸਤੌਲ ਪਾ ਕੇ ਮੈਨੂੰ ਜੇਲ੍ਹ ਭੇਜ ਦੇਵੇ, ਜੇ ਸਿਸਟਮ ਚਾਹਵੇ ਤਾਂ ਮੈਨੂੰ 10-12 ਸਾਲ ਆਰਾਮ ਨਾਲ ਉਸੇ ਦੇਸੀ ਕੱਟੇ ਚ ਅੰਦਰ ਰੱਖ ਕੇ ਮੱਝ ਬਰੀ ਕਰ ਸਕਦਾ ਵੀ ਆ ਲਓ ਵੀ ਚੱਲ ਤੂੰ ਕਰ। ਤੇ ਇੱਥੇ ਡਰੱਗਸ ਦੇ ਕੇਸ ਵਿੱਚ ਬੰਦਾ ਮਿੰਟੋ ਮਿੰਟੀ ਬਾਹਰ ਆ ਗਿਆ ਜੀ। ਕਿੱਡੀ ਕਮਾਲ ਦੀ ਗੱਲ ਆ ਕਿ ਨਾ ਚਲਾਨ, ਨਾ ਕੋਈ ਗਵਾਹੀ, ਤੇ ਬਰੀ ਤਾਂ ਉਹਨੇ ਹੋਣਾ ਹੀ ਆ। ਤੇ ਫਿਰ ਸੋ ਇਹ ਜਿਹੜਾ ਨਲਾਇਕੀ ਨਹੀਂ ਹੈ ਕੋਈ, ਜੇ ਕੋਈ ਕਹਿੰਦਾ ਜੀ ਭਗਵੰਤ ਮਾਨ ਦੀ ਸਰਕਾਰ ਦੀ ਨਲਾਇਕੀ ਹੈ, ਇਹਨੂੰ ਮਿਲੀ ਭਗਤ ਕਿਹਾ ਜਾ ਸਕਦਾ। ਹੋ ਸਕਦਾ ਭਗਵੰਤ ਮਾਨ ਅਤੇ ਉਹਦੀ ਪਾਰਟੀ ਦੀ ਲੀਡਰਸ਼ਿਪ ਨੂੰ ਹੁਣ ਅਕਲ ਆਈ ਹੋਵੇ ਕਿ ਸਾਡੇ ਨਾਲ ਤਾਂ ਬਦੰਗੀ ਖੇਡ ਗਏ, ਸਾਡੇ ਨਾਲ ਤਾਂ ਜਿਹੜੇ ਅਫਸਰ ਨੇ, ਵਕੀਲ ਸਾਹਿਬਾਨ ਨੇ, ਜਿਹੜੇ ਸਾਡੇ ਵੱਲੋਂ ਪੰਜਾਬ ਸਰਕਾਰ ਵੱਲੋਂ ਅਦਾਲਤ 'ਚ ਜਾਂਦੇ ਸੀ, ਉਹਨਾਂ ਨੇ ਤਾਂ ਹਰ ਉਹ ਮਾਹੌਲ ਬਣਾਇਆ, ਉਹ ਸਥਿਤੀ ਬਣਾਈ ਜਿਹਦੇ ਨਾਲ ਮਜੀਠੀਏ ਨੂੰ ਜ਼ਮਾਨਤ ਮਿਲ ਜਾਵੇ। ਸੋ ਮਜੀਠੀਏ ਦੀ ਜ਼ਮਾਨਤ ਹੋਣ ਦਿੱਤੀ ਗਈ, ਜਿਹਦੀ ਕਰਕੇ ਅੱਜ ਮਜੀਠੀਆ ਬਾਹਰ ਆ। ਦੂਜੀ ਗੱਲ ਹੋਰ ਸੁਣ ਲਓ, ਕੱਲ ਜਦੋਂ ਇਹ ਜ਼ਮਾਨਤ ਹੋਈ ਤਾਂ ਸਾਰੇ ਪਾਸੇ ਇਸ ਗੱਲ ਦੇ ਉੱਤੇ ਬੜੀ ਅਜੀਬ ਜਿਹੀ ਚਰਚਾ ਛਿੜੀ ਕਿ ਐ ਹੋ ਨਹੀਂ ਸਕਦਾ। ਸਮਝ ਭਗਵੰਤ ਮਾਨ ਤੇ ਉਹਦੀ ਟੀਮ ਦੇ ਬੰਦੇ ਵੀ ਗਏ ਵੀ ਸਾਡੇ ਨਾਲ ਗੜਬੜ ਹੋ ਗਈ। ਸੋ ਅੱਜ ਦੇ ਅਖਬਾਰਾਂ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਸੀ ਵੀ ਅਜੀਤ ਅਖਬਾਰ ਦੇ ਫਰੰਟ ਪੇਜ ਤੇ ਵੱਡੀ ਖਬਰ ਇਹੀ ਲੱਗੀ ਹੋਣੀ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਬਾਹਰ ਆ ਗਿਆ ਜੀ, ਥਾਂ ਥਾਂ ਤੇ ਸਵਾਗਤ ਹੋ ਰਿਹਾ ਜੀ, ਅਕਾਲੀ ਲੀਡਰ ਭੰਗੜੇ ਪਾ ਰਹੇ ਆ, ਆਹ ਹੋ ਗਿਆ, ਉਹ ਹੋ ਗਿਆ, ਵੀ ਇਹ ਖਬਰਾਂ ਲੱਗੀਆਂ ਹੋਣਗੀਆਂ। ਤੇ ਉਹਨਾਂ ਨੂੰ ਇਹ ਵੀ ਪਤਾ, ਸਾਨੂੰ ਸਾਰਿਆਂ ਨੂੰ ਜਿਹੜੇ ਅਖਬਾਰਾਂ ਪੜ੍ਹਦੇ ਕਰਦੇ ਆ, ਸਭ ਨੂੰ ਪਤਾ ਵੀ ਜਿਹੜਾ ਅਜੀਤ ਅਖਬਾਰ ਦਾ 3 ਨੰਬਰ ਪੇਜ ਆ ਨਾ ਜੀ, ਇੱਕ ਫਰੰਟ ਪੇਜ, ਇੱਕ 3 ਨੰਬਰ ਪੇਜ, ਵੀ ਉਹਦੇ ਉੱਤੇ ਸਾਰੇ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚੋਂ ਬਾਦਲ ਦਲ ਦੀ ਉਹ ਖਬਰਾਂ ਛਪਣਗੀਆਂ ਕਿ ਜੀ ਨਸ਼ਿਆਂ ਦੇ ਕੇਸ ਵਿੱਚ ਝੂਠਾ ਫਸਾਇਆ ਸੀਗਾ, ਬੇਦੋਸ਼ਾ ਜੀ, ਉਹ ਬਰੀ ਕਰਤਾ, ਉਹ ਜ਼ਮਾਨਤ ਹੋ ਗਈ, ਇਹ ਖਬਰਾਂ ਲੱਗੀਆਂ ਹੋਣਗੀਆਂ। ਸੋ 3 ਨੰਬਰ ਸਫੇ ਦੀ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਬੜੀ ਲੋੜ ਸੀ। ਸੋ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਖਰਚਿਆ ਜਾਂ ਕਿੰਨੇ ਲੱਖ ਖਰਚਿਆ, ਤਾਂ ਵਾਹਿਗੁਰੂ ਜਾਣੇ। ਪਰ ਅੱਜ ਅਜੀਤ ਅਖਬਾਰ ਦਾ 3 ਨੰਬਰ ਪੇਜ ਆ ਜਿਹੜਾ, ਉਹ ਭਗਵੰਤ ਮਾਨ ਦੀ ਸਰਕਾਰ ਨੇ ਮੁੱਲ ਖਰੀਦ ਲਿਆ। ਉਹਦੇ ਉੱਤੇ ਜਿਵੇਂ ਖਬਰਾਂ ਛਪਦੀਆਂ ਹੁੰਦੀਆਂ ਨੇ
ਉਵੇਂ ਭਗਵੰਤ ਮਾਨ ਦੀਆਂ ਫੋਟੋਆਂ ਲਾ ਕੇ, ਹੋਰ ਲੀਡਰਾਂ ਦੀਆਂ ਫੋਟੋਆਂ ਲਾ ਕੇ ਨਸ਼ਿਆਂ ਦੇ ਬਾਰੇ 10-15 ਵੱਡੀਆਂ ਵੱਡੀਆਂ ਖਬਰਾਂ ਲਾਤੀਆਂ, ਵੱਡੀਆਂ ਵੱਡੀਆਂ ਸੁਰਖੀਆਂ ਲਾਤੀਆਂ, ਥੱਲੇ ਨਿੱਕਾ ਜਿਹਾ ਲਿਖਿਆ ਹੋਇਆ ਇਸ਼ਤਿਹਾਰ, ਛੋਟਾ ਜਿਹਾ ਲਿਖਿਆ ਹੋਇਆ ਸਾਈਡ ਜੀ ਤੇ ਜਾ ਕੇ ਇਸ਼ਤਿਹਾਰ। ਆਮ ਬੰਦੇ ਨੂੰ ਤਾਂ ਲੱਗਦਾ ਵੀ ਸ਼ਾਇਦ ਇੰਨੀਆਂ ਖਬਰਾਂ ਭਗਵੰਤ ਮਾਨ ਦੀ ਸਰਕਾਰ ਦੀਆਂ ਨੇ ਕਿ ਨਸ਼ਿਆਂ ਦੇ ਖਿਲਾਫ ਜਿਹਾਦ ਛੇੜਦਾ। ਸੋ ਜਿਹੜੀ ਕੱਲ ਬਿਕਰਮਜੀਤ ਮਜੀਠੀਆ ਨੂੰ ਨਸ਼ਿਆਂ ਦੇ ਮਾਮਲੇ 'ਚ ਜ਼ਮਾਨਤ ਮਿਲੀ ਆ, ਜੋ ਉਸ ਤੋਂ ਬਾਅਦ ਵਿੱਚ ਭਗਵੰਤ ਮਾਨ ਦੀ ਸਰਕਾਰ ਦੀ ਹੇਠੀ ਹੋਈ ਆ, ਉਹ ਤੋਂ ਬਚਣ ਦਾ ਇੱਕ ਰਾਹ ਇਹ ਲੱਭਿਆ ਕਿ ਚਲੋ ਹੋਰ ਨਹੀਂ ਤਾਂ ਅਜੀਤ ਅਖਬਾਰ ਦੇ ਵਿੱਚ 3 ਨੰਬਰ ਸਫਾ ਜਿਹੜਾ ਮੁੱਲ ਖਰੀਦ ਕੇ ਉਹਦੇ ਉੱਤੇ ਆਪਾਂ ਥਾਪੀਆਂ ਮਾਰਦੇ ਆ ਵੀ ਆਹ ਲਓ ਜੀ ਅਸੀਂ ਨਸ਼ਿਆਂ ਵਾਲੇ ਦੇ ਫੱਟੇ ਚੱਕ ਦਿਆਂਗੇ, ਨਸ਼ੇ ਵਾਲਾ ਰਹਿਣ ਨਹੀਂ ਦੇਣਾ, ਜੇ ਕਰ ਦਿਆਂਗੇ ਉਹ ਕਰ ਦਿਆਂਗੇ। ਹੁਣ ਕੋਈ ਬੰਦਾ ਦੱਸੋ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਲੋਕਾਂ ਦੇ ਪੈਸੇ ਨਾਲ ਇਹ ਜਿਹੜਾ 3 ਨੰਬਰ ਸਫਾ ਲੱਖਾਂ 'ਚ ਕਰੋੜਾਂ 'ਚ ਖਰੀਦ ਕੇ ਅਜੀਤ ਅਖਬਾਰ ਦਾ, ਇਹਦੇ ਨਾਲ ਬਿਕਰਮਜੀਤ ਮਜੀਠੀਏ ਦੇ ਕੇਸ ਨੂੰ ਕੋਈ ਫਰਕ ਪੈ ਜੂ? ਬਿਕਰਮਜੀਤ ਮਜੀਠੀਏ ਦੇ ਕੇਸ ਵਿੱਚ ਜੋ ਕੁਝ ਅਦਾਲਤ ਵਿੱਚ ਚਲੇ ਗਿਆ ਕਿ ਜਦੋਂ ਇਹਨੂੰ ਪੁਲਿਸ ਨੇ ਪਹਿਲਾਂ ਤਾਂ ਪੂਰਾ ਜ਼ੋਰ ਲਾ ਕੇ ਪੰਜਾਬ ਸਰਕਾਰ ਨੇ ਕਿਹਾ ਕਿ ਜੀ ਅਦਾਲਤ ਇਹਨੂੰ ਕੋਈ ਜ਼ਮਾਨਤ ਨਾ ਦਿਓ, ਇਹਨੂੰ ਚਾਹੀਦਾ ਜੇਲ੍ਹ, ਇਸ ਦਾ ਇਹਨੂੰ ਪੁੱਛਗਿੱਛ ਕਰ ਰਹੇ। ਤੇ ਜਦੋਂ ਇਹਨੇ ਸਰੈਂਡਰ ਕਰਤਾ ਫਿਰ ਕੋਈ ਵੌੜਿਆ ਹੀ ਨਹੀਂ, ਨਾ ਕੋਈ ਉਹਦੀ ਜਾਂਚ ਕਰਨ ਲਈ ਪਹੁੰਚਿਆ, ਨਾ ਉਹਦੀ ਕੋਈ ਪੁੱਛਗਿੱਛ ਕਰਨ ਲਈ ਪਹੁੰਚਿਆ, ਨਾ ਚਲਾਨ, ਨਾ ਕੋਈ ਗਵਾਹ। ਸੋ ਜਿਹੜਾ ਇਹ ਡਰਾਮਾ ਚੱਲ ਰਿਹਾ ਉਹਦੇ ਵਿੱਚ ਲੋਕਾਂ ਨੇ ਕਿੰਨਾ ਕੁ ਟਾਈਮ ਬੇਵਕੂਫ ਬਣਨਾ ਤਾਂ ਵਾਹਿਗੁਰੂ ਜਾਣੇ। ਪਰ ਸੱਚੀ ਗੱਲ ਇਹ ਹੈ ਕਿ ਜਿਹੋ ਜਿਹੀਆਂ ਖੇਡਾਂ ਪਹਿਲੋਂ ਕਾਂਗਰਸ ਵਾਲੇ ਖੇਡਦੇ ਰਹੇ ਆ, ਬਾਦਲ ਦਲ ਵਾਲੇ ਖੇਡਦੇ ਰਹੇ ਆ, ਭਾਜਪਾ ਵਾਲੇ ਖੇਡਦੇ ਰਹੇ ਆ, ਆਮ ਆਦਮੀ ਪਾਰਟੀ ਵਾਲੇ ਤਾਂ ਬੜੀ ਜਲਦੀ ਸਿੱਖ ਗਏ। ਆ 3-4 ਸਾਲ ਦੇ 3-4 ਮਹੀਨਿਆਂ ਦੇ ਵਿੱਚ ਹੀ ਆ ਬਿਕਰਮਜੀਤ ਮਜੀਠੀ ਵਾਲੇ ਕੇਸ ਦੇ ਵਿੱਚ ਜੋ ਕੁਝ ਡਰਾਮਾ ਆਪਾਂ ਦੇਖ ਰਹੇ ਆ, ਇਹ ਸਾਫ਼ ਸਪਸ਼ਟ ਦੱਸਦਾ ਬਈ ਇਹ ਬੜੇ ਰੰਗ ਢੰਗ ਦਿਖਾਉਣਗੇ। ਸੋ ਆਮ ਆਦਮੀ ਪਾਰਟੀ ਵਾਲੀ ਸਰਕਾਰ ਆ ਜਿਹੜੀ, ਆਉਣ ਵਾਲੇ ਦਿਨਾਂ 'ਚ ਕੀ ਤਮਾਸ਼ੇ ਦਿਖਾਉਂਦੀ ਆ, ਇਹ ਆਪਣੇ ਸਾਹਮਣੇ ਆਉਣਗੇ। ਸੋ ਇਸ ਮਸਲੇ ਤੋਂ ਜੇ ਆਪਾਂ ਅੱਗੇ ਤੁਰੀਏ ਤਾਂ ਇਹ ਗੱਲ ਸਾਹਮਣੇ ਆਈ ਆ ਕਿ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਵੀ ਬਾਦਲ ਦਲ ਦਾ ਇੱਕ ਲੀਡਰ ਆ ਤੋਤਾ ਸਿੰਘ, ਜਥੇਦਾਰ ਤੋਤਾ ਸਿੰਘ, ਮੋਗੇ ਇਲਾਕੇ ਦੇ ਵਿੱਚ ਇਹ ਆਗੂ ਸਰਗਰਮ ਰਿਹਾ, ਬਾਦਲ ਸਾਹਿਬ ਦਾ ਖਾਸਮ ਖਾਸ ਆ। ਤੇ ਸਰਜੀਤ ਸਿੰਘ ਬਰਨਾਲੇ ਵਾਲੀ ਸਰਕਾਰ ਦੇ ਵਿੱਚ ਵੀ ਇਹਨੇ ਮੰਤਰੀ ਦੇ ਪਦ ਤੇ ਹੁੰਦਿਆਂ ਕਈ ਪੁੱਠੇ ਸਿੱਧੇ ਕੰਮ ਕੀਤੇ। ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਬਾਰੇ ਬੜੇ ਗਲਤ ਜੀ ਕਿਸਮ ਦੇ ਜਿਹੜੇ ਪਰਚੇ ਦਰਜ ਹੋਏ, ਰੌਲਾ ਪਿਆ ਮੀਡੀਆ ਦੇ ਵਿੱਚ। ਖੁਦ ਤੋਤਾ ਸਿੰਘ ਦੀ ਚਰਚਾ ਜਿਹੜੀ ਆ ਉਹ ਨਰਮੇ ਦੀ ਨਕਲੀ ਦਵਾਈ ਬਣਾਉਣ ਵਾਲੇ ਮਾਮਲੇ 'ਚ ਹੋਈ। ਉਹ ਜਿਹੜਾ ਇਹ ਸਾਰਾ ਕੁਝ ਹੈ ਇਹਦੇ ਹਿਸਾਬ ਨਾਲ ਇਹ ਹੈਗਾ ਕਿ ਇੱਕ ਆਮ ਅਕਾਲੀ ਲੀਡਰ ਸੀਗਾ ਬਾਦਲ ਦਲ ਦਾ, ਜਿਹਨੇ ਬਾਦਲ ਪਰਿਵਾਰ ਨਾਲ ਆਪਦੀ ਵਫਾਦਾਰੀ ਨਿਭਾਈ। ਸੋ ਇੰਨੀ ਕੁ ਗੱਲ ਬਦਲੇ ਉਹਦੀ ਫੋਟੋ ਆ ਜਿਹੜੀ ਹੁਣ ਉਹ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਈ ਜਾਊਗੀ। ਹੈਰਾਨੀ ਦੀ ਗੱਲ ਹੈ ਕਿ ਜੇ ਅਸੀਂ ਬਿਆੰਤੇ ਬੁੱਚੜ ਨੂੰ ਉਡਾਉਣ ਵਾਲੇ ਸਰਦਾਰ ਦਿਲਾਵਰ ਸਿੰਘ ਦੀ, ਸ਼ਹੀਦ ਭਾਈ ਦਿਲਾਵਰ ਸਿੰਘ ਦੀ ਫੋਟੋ ਦਰਬਾਰ ਸਾਹਿਬ 'ਚ ਲਗਾਉਣੀ ਸੀ ਤਾਂ ਸਾਨੂੰ 10-12 ਸਾਲ ਹੋ ਗਏ। ਅਖੀਰ ਆ ਜਿਹੜਾ ਮਾਹੌਲ ਬਣਿਆ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਜਦੋਂ ਦੀਪ ਸਿੱਧੂ ਵਾਲਾ ਮਾਮਲਾ ਉੱਭਰਿਆ ਜਾਂ ਸਿੱਧੂ ਮੂਸੇ ਕਰਕੇ ਮਾਹੌਲ ਬਣਿਆ, ਬਲਵਿੰਦਰ ਜਟਾਣੇ ਵਾਲਾ ਨਹਿਰ ਵਾਲਾ ਮਸਲਾ, ਇਸ ਮਾਹੌਲ ਦੇ ਵਿੱਚ ਜਿਹੜੇ ਕੁਝ ਪੰਥ ਦਰਦੀ, ਕੁਝ ਚੰਗੀ ਸੋਚ ਵਾਲੇ ਲੋਕ ਆ, ਉਹਨਾਂ ਤੋਂ ਕਹਾਇਆ, ਕੁਝ ਹੋਰ ਦਬਾਅ ਪਾਇਆ, ਅਖੀਰ ਉਹ ਫੋਟੋ ਭਾਈ ਦਿਲਾਵਰ ਸਿੰਘ ਦੀ ਲੱਗੀ। ਪਰ ਭਾਈ ਦਿਲਾਵਰ ਸਿੰਘ ਦੀ ਫੋਟੋ ਲਾਉਣੀ ਹੋਵੇ, ਭਾਈ ਜਿੰਦੇ ਸੁੱਖੇ ਦੀ, ਇੱਥੋਂ ਤੱਕ ਕਿ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲਾਉਣੀ ਹੋਵੇ ਤਾਂ ਕੇਂਦਰੀ ਸਿੱਖ ਅਜਾਇਬ ਘਰ 'ਚ ਫੋਟੋ ਲਵਾਉਣੀ ਕੋਈ ਸੌਖਾ ਕੰਮ ਨਹੀਂ। ਚੀਕਾਂ ਕਢਾ ਦਿੰਦੇ ਆ ਇਹ ਜਿਹੜੇ ਬੈਠੇ ਆ ਉੱਥੇ ਕਢਾਉਣ ਚਾਹੁੰਦੇ। ਤੇ ਤੋਤਾ ਸਿੰਘ ਕਿਉਂਕਿ ਬਾਦਲ ਦਲ ਦਾ ਲੀਡਰ ਵਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕਹੀ ਆ ਕਿ ਬਾਦਲ ਪੱਖੀ ਬੰਦਿਆਂ ਦੀ ਤਾਂ ਸਿੱਧੀ ਖਬਰ ਆਉਂਦੀ ਆ ਕਿ ਫੋਟੋ ਲਾਤੀ। ਇਹ ਬਾਦਲ ਪਰਿਵਾਰ ਦਾ ਜਾਂ ਬਾਦਲ ਦਲ ਦਾ ਕੇਂਦਰੀ ਸਿੱਖ ਅਜਾਇਬ ਘਰ ਤਾਂ ਹੈ ਨਹੀਂ, ਇਹ ਤਾਂ ਕੌਮ ਦਾ। ਤੇ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਬਾਰੇ ਇਹਨਾਂ ਦਾ ਰਵੱਈਆ ਬਿਲਕੁਲ ਗਲਤ ਹੈ, ਉਹਨਾਂ ਦੀਆਂ ਫੋਟੋਆਂ ਨਹੀਂ ਲਾਉਣ ਦਿੰਦੇ। ਆ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ, ਚਲੋ ਜਵਾਨ ਜਹਾਨ ਆ, ਮਾੜੀ ਗੱਲ ਕਹਿਣੀ ਨਹੀਂ ਚਾਹੀਦੀ, ਪਰ ਰੱਬ ਨਾ ਕਰੇ ਕੁਛ ਹੋ ਜੇ ਉਹਨੂੰ। ਤੇ ਅੱਜ ਤੱਕ ਉਹਨੇ ਕੌਮ ਲਈ ਕੀ ਕੀਤਾ, ਪਰ ਉਹਦੀ ਫੋਟੋ ਇਹਨਾਂ ਨੇ ਉਹਦੀ ਲਾਸ਼ ਘਰੇ ਪਹੁੰਚਣ ਤੋਂ ਪਹਿਲਾਂ ਟੰਗ ਦੇਣੀ ਹੈ। ਬਿਕਰਮਜੀਤ ਮਜੀਠੀਆ ਨੂੰ ਕੁਛ ਹੋ ਜੇ ਉਹਦੀ ਫੋਟੋ ਵੀ ਤਿਆਰ ਕਰੀ ਬੈਠੇ ਹੋਣੇ।
ਵੱਡੇ ਬਾਦਲ ਦੀ ਤਾਂ ਤਿਆਰ ਕਰਕੇ ਰੱਖੀ ਹੋਣੀ ਆ ਵੀ ਕੀ ਪਤਾ ਕਦੋਂ ਉਹਦਾ ਕੰਮ ਹੋ ਜਾਣਾ ਤੇ ਕਿਤੇ ਫੋਟੋ ਤੋਂ ਲੇਟ ਨਾ ਹੋ ਜਾਏ। ਕਈ ਲੋਕਾਂ ਨੂੰ ਇਹ ਸ਼ਬਦ ਮਾੜੇ ਲੱਗ ਸਕਦੇ ਆ, ਪਰ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਲੋਕਾਂ ਨੇ ਸਿਰਫ ਸਿਆਸਤ ਕੀਤੀ, ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖੇਡੇ ਆ। ਇਹਨਾਂ ਦੀਆਂ ਫੋਟੋਆਂ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣ ਨੂੰ ਅਗਲੇ ਤਿਆਰ ਬੈਠੇ ਆ, ਪਰ ਪੰਥ ਲਈ ਤੇਗਾ ਮਾਰਨ ਵਾਲੇ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਦੇ ਲੀਡਰ ਦੀ ਫੋਟੋ ਲਵਾਉਣੀ ਹੋਵੇ ਤਾਂ ਦੇਖੋ ਇਹਨਾਂ ਨੂੰ ਪੁੱਛ ਕੇ ਕੀ ਕਹਿੰਦੇ ਆ, ਨਹੀਂ ਲੱਗਣ ਦਿੰਦੇ। ਤੇ ਤੋਤਾ ਸਿੰਘ ਵਰਗਿਆਂ ਦੀ ਜਾਂ ਹੋਰਾਂ ਦੀ ਮਿੰਟ ਦੀ ਲਾ ਦਿੰਦੇ ਆ। ਇੱਕ ਪਾਸੇ ਇਹਨਾਂ ਦੀ ਸਰਕਾਰ ਸੀਗੀ ਬਾਦਲ ਦਲ ਦੀ, ਨਵਾਂ ਸ਼ਹਿਰ ਤੋਂ ਸਾਡੇ ਨੌਜਵਾਨ ਪਰਵਿੰਦਰ ਸਿੰਘ ਹੁਣੀ, ਉਹਨਾਂ ਨੂੰ ਸਜ਼ਾ ਹੋਈ, ਉਮਰ ਕੈਦ ਹੋਈ ਆ। ਕਾਹਦੇ 'ਚ ਹੋਈ ਆ? ਇੱਕ ਤਾਂ ਉਹਨਾਂ ਕੋਲੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਕਿਤਾਬ ਸੀ ਜੇਲ੍ਹ ਚਿੱਠੀਆਂ, ਤੇ ਇੱਕ ਕੁਝ ਉਹਨਾਂ ਕੋਲੇ ਇਸ਼ਤਿਹਾਰ ਜਾਂ ਪੋਸਟਰ ਸੀਗੇ ਜਿਹੜੇ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਨੌਜਵਾਨ ਪਾਉਂਦੇ ਰਹਿੰਦੇ ਆ। ਇੱਕ ਪੋਸਟਰ 1978 ਦੇ ਸਾਕੇ ਵਾਲੇ ਸ਼ਹੀਦਾਂ ਦਾ ਸੀਗਾ, ਜਿਹਦੇ 'ਚ 13 ਸਿੰਘਾਂ ਦੀਆਂ ਫੋਟੋਆਂ ਸੀਗੀਆਂ ਕਿ ਇਹ ਸਿੰਘ 1978 'ਚ ਨਰਕਧਾਰੀਆਂ ਦੇ ਹੱਥੋਂ ਸ਼ਹੀਦ ਹੋ ਗਏ ਸੀ। ਦੱਸੋ ਕਿੱਡਾ ਕੁ ਬੰਬ ਡਿੱਗ ਪਿਆ ਸੀ ਇਸ ਫੋਟੋ ਨਾਲ। ਬਾਦਲ ਦਲ ਦੀ ਸਰਕਾਰ ਨੇ ਉਹਨਾਂ ਨੂੰ ਉਮਰ ਕੈਦ ਕਰਾਈ ਆ। 13 ਸਿੰਘਾਂ ਦੀ 13 ਸ਼ਹੀਦਾਂ ਦੀ ਫੋਟੋ ਰੱਖਣ ਦੇ ਦੋਸ਼ ਵਿੱਚ ਬਾਦਲ ਸਾਹਿਬ ਦੀ ਸਰਕਾਰ ਨੇ ਉਮਰ ਕੈਦ ਕਰਾਤੀ। ਦੇਸ਼ ਧਰੋਹ ਆ ਕਹਿੰਦੇ। ਤੇ ਇੱਧਰ ਆ ਤੋਤਿਆਂ ਤਾਤਿਆਂ ਦੀਆਂ ਫੋਟੋਆਂ ਮਿੰਟ ਜੀ ਟੰਗੀ ਜਾਂਦੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖਤ ਸਾਹਿਬ, ਅਕਾਲੀ ਦਲ, ਇਹਨਾਂ ਸਭ ਕੁਝ ਨੂੰ ਬਾਦਲ ਪਰਿਵਾਰ ਜਿਵੇਂ ਗ੍ਰਹਿਣ ਲੱਗਿਆ ਹੋਇਆ ਨਾ, ਗ੍ਰਹਿਣ, ਇਸ ਚੀਜ਼ ਨੂੰ ਜਦੋਂ ਅਸੀਂ ਆਪਦੇ ਪ੍ਰੋਗਰਾਮਾਂ 'ਚ ਕਰਦੇ ਹਾਂ ਗੱਲ, ਤਾਂ ਅੱਜ ਵੀ ਕਈਆਂ ਨੂੰ ਇਹ ਹੋਣਾ ਜੀ ਤੁਸੀਂ ਖਾਲਿਸਤਾਨ ਦੀ ਗੱਲ ਕਰਿਆ ਕਰੋ ਜੀ, ਆਪਾਂ ਇਹ ਬਾਦਲ ਪਰਿਵਾਰ ਬਾਰੇ ਜਾਂ ਬਾਦਲਕਾਂ ਬਾਰੇ ਬਾਹਲੀ ਗੱਲ ਨਾ ਕਰਿਆ ਕਰੋ। ਭਾਈ ਕਾਂਗਰਸ ਬਾਰੇ ਆਪਾਂ ਨੂੰ ਸਪਸ਼ਟ ਵਾ ਵੀ ਉਹ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਹੈ। ਬੀਜੇਪੀ ਬਾਰੇ ਵੀ ਆਪਾਂ ਨੂੰ ਕੋਈ ਵਹਿਮ ਨਹੀਂ, ਆਰਐਸਐਸ ਕਰਕੇ, ਕਾਮਰੇਡਾਂ ਦਾ ਵੀ ਪਤਾ। ਪਰ ਜਿਹੜੇ ਬਾਦਲ ਦਲ ਵਾਲੇ ਆ, ਇੱਕ ਪਾਸੇ ਪੰਥਕ ਹੋਣ ਦਾ ਬੁਰਕਾ ਪਾਈ ਰੱਖਦੇ ਆ, ਦੂਜੇ ਪਾਸੇ ਪੰਥ ਦੀਆਂ ਜੜ੍ਹਾਂ ਵੱਢਦੇ। ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ ਅੱਜ ਤੱਕ ਇਹ ਵਹਿਮ ਆ ਕਿ ਨੀਲੀ ਪੱਗ ਵਾਲੇ ਇਹ ਲੋਕ ਆ ਜਿਹੜੇ, ਇਹ ਤਾਂ ਉਹਨਾਂ ਦੇ ਵਾਰਸ ਆ ਜਿਨ੍ਹਾਂ ਨੇ ਗੁਰੂ ਕੇ ਬਾਗ ਦਾ ਮੋਰਚਾ, ਚੈਤੋਂ ਦਾ ਮੋਰਚਾ ਜਾਂ ਹੋਰ ਮੋਰਚਿਆਂ ਦੇ ਵਿੱਚ ਸ਼ਹਾਦਤਾਂ ਪਾਈਆਂ, ਤੇਗਾਂ ਮਾਰੀਆਂ, ਕੁਰਬਾਨੀਆਂ ਕੀਤੀਆਂ। ਇਹ ਉਹਨਾਂ ਦੇ ਵਾਰਸ ਨਹੀਂ ਹੈਗੇ। ਉਹ ਵਿਚਾਰੇ ਸੰਤ ਸੀ, ਇਹ ਤਾਂ ਸਾਰੇ ਚੋਰ ਨੇ। ਉਹ ਅਕਾਲੀ ਹੋਰ ਸੀ, ਇਹ ਅਕਾਲੀ ਹੋਰ ਨੇ। ਇਹ ਅਕਾਲੀ ਨਹੀਂ, ਅਕਾਲੀ ਨੇ, ਕਾਲੀ ਦੇਵੀ ਦੇ ਪੁਜਾਰੀ। ਇਹ ਤਾਂ ਸਿੱਖ ਹੋਣ ਦੀ ਜਿਹੜੀ ਸ਼ਰਤ ਵਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ, ਇਹ ਤਾਂ ਇਸ ਚੀਜ਼ ਦੇ ਨੇੜੇ ਤੇੜੇ ਵੀ ਨਹੀਂ। ਸੋ ਸਿੱਖ ਜਿਵੇਂ ਖਾੜਕੂ ਲਹਿਰ ਦੇ ਵਿੱਚ ਇੱਕ ਤਾਂ ਜੁਝਾਰੂ ਸਿੰਘ ਹੁੰਦੇ ਸੀ, ਇੱਕ ਕੈਟ ਹੁੰਦੇ ਸੀ। ਕੈਟ ਨੂੰ, ਟਾਊਟ ਨੂੰ ਇਹ ਚਿੰਤਾ ਹੁੰਦੀ ਸੀ ਕਿ ਮੈਨੂੰ ਕੋਈ ਕੈਟ ਨਾ ਸਮਝ ਲਵੇ। ਇਸ ਗੱਲ ਲਈ ਉਹ ਵੱਧ ਤੋਂ ਵੱਧ ਖਾੜਕੂ ਜਿਹਾ ਬਣ ਕੇ ਦਿਖਾਉਂਦਾ ਹੁੰਦਾ ਸੀ ਵੀ ਮੈਂ ਖਾੜਕੂ ਹਾਂ। ਤੇ ਜਿਹੜੇ ਖਾੜਕੂ ਸਿੰਘ ਹੁੰਦੇ ਸੀ ਉਹ ਬਿਲਕੁਲ ਹੀ ਇਸ ਚੀਜ਼ ਤੇ ਹੁੰਦੇ ਸੀ ਕਿ ਸਾਨੂੰ ਆਮ ਪਬਲਿਕ ਦੇ ਵਿੱਚ ਅਸੀਂ ਗਰੀਲਾ ਤੌਰ ਤੇ ਵਿਚਰਦੇ ਹਾਂ, ਜਿਨ੍ਹਾਂ ਘਰਾਂ ਪਰਿਵਾਰਾਂ 'ਚ ਜਾਣਾ ਹੈ ਉੱਥੇ ਸਾਨੂੰ ਕੋਈ ਖਾੜਕੂ ਨਾ ਸਮਝ ਲਵੇ, ਅਸੀਂ ਉਹਦਾ ਪਰਿਵਾਰਾਂ ਦੇ ਵਿੱਚ ਕੋਈ ਉਹਨਾਂ ਦੀ ਸਮੱਸਿਆ ਨਾ ਬਣ ਜਾਵੇ। ਤੇ ਇਵੇਂ ਹੀ ਇਸ ਵੇਲੇ ਜਿਹੜੇ ਅਸਲ ਅਕਾਲੀ ਆ, ਜਿਹੜੇ ਪੰਥ ਲਈ ਲੜਦੇ ਆ, ਮਰਦੇ ਆ, ਜਿਹੜੇ ਕੌਮ ਦਾ ਕੁਝ ਸਵਾਰਨਾ ਚਾਹੁੰਦੇ ਆ, ਉਹਨਾਂ ਨੂੰ ਤਾਂ ਬਾਦਲ ਦਲ ਵਾਲੇ ਆਹ ਜੇਲ੍ਹਾਂ 'ਚ ਕਰਾ ਰਹੇ ਆ। ਕਹਿੰਦੇ ਜੀ ਭਾਈ ਰਣਧੀਰ ਸਿੰਘ ਨਾਰੰਗਵਾਲ ਦੀਆਂ ਜੇਲ੍ਹ ਚਿੱਠੀਆਂ ਕਿਉਂ ਪੜ੍ਹਦੇ? ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਅਸਲੀ ਅਕਾਲੀ ਉਹ ਨੇ। ਜਿਹੜੇ ਪੰਥ ਲਈ ਅੱਜ ਵੀ ਸੀਸ ਵਾਰਨਾ ਚਾਹੁੰਦੇ ਆ, ਉਹ ਨੇ ਅਸਲੀ ਅਕਾਲੀ। ਜਿਹੜੇ ਸਿੱਖਾਂ ਦੇ ਅੰਦਰ ਆ ਬੜੇ ਵਿਪਰਵਾਦ ਤੋਂ ਦੁਖੀ ਨੇ, ਜਿਹੜੇ ਸਿੱਖਾਂ ਦੇ ਅੰਦਰ ਆ ਬੜੇ ਗਲਤ ਵਿਕਾਰਾਂ ਤੋਂ ਦੁਖੀ ਨੇ, ਜਿਹੜੇ ਸਿੱਖਾਂ ਦਾ ਈਸਾਈਕਰਨ ਹੁੰਦਾ ਦੇਖ ਕੇ, ਹਿੰਦੀਕਰਨ ਤੇ ਹਿੰਦੂਕਰਨ ਹੁੰਦਾ ਦੇਖ ਕੇ ਦੁਖੀ ਨੇ, ਜਿਹੜੇ ਕਹਿੰਦੇ ਆ ਕਿ ਪੰਜਾਬ ਦੀ ਧਰਤੀ ਉੱਤੇ ਸਾਨੂੰ ਰਜਵੀਂ ਰੋਟੀ ਮਿਲਦੀ ਹੋਵੇ, ਸਾਡੇ ਨਿਆਣੇ ਬਾਹਰ ਨੂੰ ਕਿਉਂ ਜਾਣ, ਜਿਹੜੇ ਕਹਿੰਦੇ ਆ ਕਿ ਸਾਡੀ ਧਰਤੀ ਦੇ ਉੱਤੇ ਸਿੱਖੀ ਦੀ ਸ਼ਾਨ ਵਧੇ, ਖਾਲਸਾ ਹੀ ਪਰਚਮ ਝੂਲਣ, ਉਹ ਅਸਲ ਅਕਾਲੀ। ਤੇ ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਸਾਰਿਆਂ ਨੂੰ ਤਾਂ ਕਹਿੰਦੇ ਆ ਉਹ ਕਾਂਗਰਸ ਦੇ ਏਜੰਟ ਨੇ, ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ।
ਤੇ ਇਹਨਾਂ ਬਾਰੇ ਕਹਿੰਦੇ ਵੀ ਇਹਨਾਂ ਨੂੰ ਸੁਧਰਨਾ ਚਾਹੀਦਾ। ਇਹ ਵੀ ਕਹਿ ਦਿੰਦੇ ਆ ਕੋਈ ਗੱਲ ਨਹੀਂ ਜੀ, ਸਾਤੋਂ ਗਲਤੀਆਂ ਹੋ ਗਈਆਂ ਹੋਣਗੀਆਂ, ਅਸੀਂ ਜਥੇਦਾਰ ਸਾਹਿਬ ਦੇ ਹੁਕਮਾਂ ਤੇ ਫੁੱਲ ਚੜਾਉਂਦੇ ਆ, ਜਥੇਦਾਰ ਸਾਹਿਬ ਜਿੱਥੇ ਕਹਿਣਗੇ ਉਵੇਂ ਖੜਾਂਗੇ, ਜਥੇਦਾਰ ਤੁਹਾਡਾ, ਤੁਸੀਂ ਜਥੇਦਾਰ ਦੇ ਹੋ ਭਾਈ, ਜੋ ਮਰਜ਼ੀ ਆਪਸ ਵਿੱਚ ਕਰੀ ਚੱਲੋ। ਅਸਲ ਵਿੱਚ ਇਹ ਆ, ਬਣਾਉਣਾ ਇਹ ਚਾਹੁੰਦੇ ਆ ਕਿ ਅਸੀਂ ਬੜੇ ਮਹਾਨ, ਦੇਖਿਆ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮ ਦੇ ਮੂਹਰੇ ਝੁਕ ਗਏ। ਭਾਈ ਜਥੇਦਾਰ ਤੁਸੀਂ ਬਣਾਇਆ, ਅਜੇ ਉਹ ਕਾਰਜਕਾਰੀ ਆ, ਅਜੇ ਪਤਾ ਨਹੀਂ ਕਦੋਂ ਤੁਸੀਂ ਉਹਨੂੰ ਪੱਕਾ ਕਰਨਾ। ਪਰ ਇਸ ਵੇਲੇ ਸਿੱਖ ਜਗਤ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਭ ਤੋਂ ਖਤਰਨਾਕ ਦੌਰ ਆ ਸਾਡੇ ਇਤਿਹਾਸ ਦਾ, ਜਦੋਂ ਦੁਸ਼ਮਣ ਤੁਹਾਡੇ ਰੂਪ ਧਾਰ ਕੇ, ਤੁਹਾਡੇ ਵਰਗਾ ਬਣ ਕੇ ਤੁਹਾਡੀਆਂ ਜੜ੍ਹਾਂ ਵੱਢਣ ਆ ਜਾਵੇ, ਉਦੋਂ ਬੜਾ ਔਖਾ ਹੁੰਦਾ। ਇਸ ਵੇਲੇ ਸਾਡੀ ਕੌਮ ਨੂੰ ਤਿਰੰਗੇ ਝੰਡੇ ਚੁਕਾ ਕੇ ਆਪਦੇ ਸਵਾਰਥਾਂ ਲਈ, ਆਪਦੇ ਲਾਹੇ ਲਈ, ਦੁਸ਼ਮਣ ਦੇ, ਸਿੱਖੀ ਦੇ ਵਿਰੋਧੀਆਂ ਦੇ ਹਿਸਾਬ ਨਾਲ ਚੱਲਣ ਲਈ ਪ੍ਰੇਰਨਾ ਦੇਣੀ ਤੇ ਰਾਹ ਕੱਢਣਾ ਕਿ ਅਸੀਂ ਕਿਤੇ ਦਿੱਲੀ ਵਾਲਿਆਂ ਦੇ, ਨਾਗਪੁਰ ਵਾਲਿਆਂ ਦੇ ਵਿਰੋਧੀ ਨਾ ਲੱਗਣ ਲੱਗੇ, ਤੇ ਨਾਲੇ ਇਹ ਕਹਿਣਾ ਅਸਲੀ ਸਿੱਖ ਤਾਂ ਅਸੀਂ ਆ। ਫਿਰ ਸਾਡੇ ਕੋਲ ਅਕਾਲ ਤਖਤ ਕਾਹਤੋਂ ਆ ਜੇ ਅਸੀਂ ਅਸਲੀ ਸਿੱਖ ਨਹੀਂ ਕਹਿੰਦੇ, ਤੇ ਸਾਡੇ ਕੋਲ ਸ਼੍ਰੋਮਣੀ ਕਮੇਟੀ ਕਾਹਤੋਂ ਆ। ਸੋ ਜਿਹੜਾ ਸਾਡਾ ਪੁਰਾਤਨ ਇਤਿਹਾਸ ਹੈ, ਉਹਦੇ ਵਿੱਚ ਇਹ ਸੀ ਕਿ ਸਾਰੀ ਦੀ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੋ ਕੇ ਦੁਸ਼ਮਣ ਨਾਲ ਲੜਦੀ ਸੀ, ਚਾਹੇ ਅਬਦਾਲੀ ਆ, ਚਾਹੇ ਲਖਪਤ ਰਾਏ ਆ, ਚਾਹੇ ਮੱਸਾ ਰੰਗੜ ਆ, ਤੇ ਚਾਹੇ ਜ਼ਕਰੀਆ ਖਾਨ। 300 ਸਾਲ ਪਹਿਲਾਂ ਜਦੋਂ ਸਾਡੇ ਬੰਦੇ ਲੜੇ, ਸਾਡੀ ਕੌਮ ਲੜੀ, ਤਾਂ ਦੁਸ਼ਮਣ ਦੇ ਬਾਰੇ ਸਪਸ਼ਟਤਾ ਹੁੰਦੀ ਸੀ, ਉਹ ਅਤੇ ਅਸੀਂ ਕੌਣ ਆ ਤੇ ਉਹ ਕੌਣ ਆ, ਸਾਫ਼ ਪਤਾ ਹੁੰਦਾ। ਇੰਨੀ ਸਪਸ਼ਟਤਾ ਸੀਗੀ, ਇੰਨੀ ਦ੍ਰਿੜਤਾ ਸੀਗੀ ਬਈ ਜਦੋਂ ਜ਼ਕਰੀਆ ਨੂੰ ਪੁੱਛਿਆ ਨਾਦਰ ਸ਼ਾਹ ਨੇ, ਤਾਂ ਨਾਦਰ ਸ਼ਾਹ ਨੇ ਸੁਣ ਕੇ ਇੱਕੋ ਗੱਲ ਕਹੀ ਸੀ ਵੀ ਇਹ ਕਿਸੇ ਦਿਨ ਰਾਜ ਕਰਨਗੇ, ਤੇ ਕੀਤਾ ਵੀ। ਅੱਜ ਜਿਹੜੇ ਸਾਡੇ ਖਾਲਿਸਤਾਨ ਦੇ ਰਾਹ ਵਿੱਚ ਰੂੜੇ ਆ, ਜਿਹੜੇ ਸਾਡੇ ਭਰਾ ਕਹਿੰਦੇ ਰਹਿੰਦੇ ਆ ਨਾ ਬਈ ਜੀ ਤੁਸੀਂ ਬਾਦਲ ਨਾ ਕਰਿਆ ਕਰੋ, ਖਾਲਿਸਤਾਨ ਦੀ ਗੱਲ ਜ਼ਿਆਦਾ ਕਰਿਆ ਕਰੋ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ, ਸੱਚੀ ਹੈ ਗੱਲ ਤੁਹਾਡੀ, ਪਰ ਅੱਜ ਖਾਲਿਸਤਾਨ ਅਤੇ ਹਿੰਦੁਸਤਾਨ ਦੇ ਵਿਚਾਲੇ ਸਭ ਤੋਂ ਵੱਡੀ ਜਿਹੜੀ ਦੁਸ਼ਮਣ ਦਾ ਕਹਾੜਾ ਬਣ ਕੇ ਸਾਡੇ ਖਿਲਾਫ ਭੁਗਤ ਰਹੀ ਜਿਹੜੀ ਪਹਾੜ ਵਰਗੀ ਸਮੱਸਿਆ, ਉਹ ਲੋਕ, ਉਹਨਾਂ 'ਚ ਸਭ ਤੋਂ ਵੱਡੀ ਧਿਰ ਇਹ ਬਾਦਲ ਦਲ ਵਾ, ਇਹ ਬਾਦਲ ਪਰਿਵਾਰ। ਕੱਲ ਨੂੰ ਕੋਈ ਹੋਰ ਵੀ ਹੋ ਸਕਦਾ, ਅੱਜ ਇਹ ਆ, ਕੱਲ ਨੂੰ ਕੋਈ ਹੋਰ ਹੋ ਸਕਦਾ। ਇਹ ਲੋਕ ਸਿੱਖ ਸੰਸਥਾਵਾਂ ਦੇ ਉੱਤੇ ਦਿੱਲੀ ਦਰਬਾਰ ਦੀ ਮਰਜ਼ੀ ਨਾਲ ਕਬਜ਼ੇ ਕਰਕੇ ਸਿੱਖਾਂ ਦੀ ਚੜ੍ਹਦੀ ਕਲਾ ਦੇ ਸਫ਼ਰ ਨੂੰ ਕਮਜ਼ੋਰ ਕਰਦੇ ਆ, ਸਿੱਖੀ ਦੇ ਉਲਟ ਚੱਲਣ ਵਾਲੇ ਵਰਤਾਰਿਆਂ ਨੂੰ ਸ਼ਹਿ ਦਿੰਦੇ ਆ, ਤੇ ਹਰ ਸੰਭਵ ਤਰੀਕੇ ਨਾਲ ਖਾਲਿਸਤਾਨ ਦਾ ਜਿਹੜਾ ਸਫ਼ਰ ਆ ਉਹਨੂੰ ਹੋਰ ਜ਼ਿਆਦਾ ਲੰਮੀਰਾ ਕਰਦੇ ਆ, ਉਹਨੂੰ ਹੋਰ ਜ਼ਿਆਦਾ ਦੁਸ਼ਵਾਰ ਕਰਦੇ ਆ। ਇਹਨਾਂ ਦੇ ਰਾਜ ਭਾਗ ਵਿੱਚ ਵੀ ਸਾਡੇ ਤੇ ਉਵੇਂ ਜ਼ੁਲਮ ਹੁੰਦੇ ਆ, ਤੇ ਜੇਕਰ ਕੋਈ ਦੁਸ਼ਮਣ ਬਾਹਰਲਾ ਹੋਵੇ, ਓਪਰਾ ਹੋਵੇ, ਉਹਦੇ ਨਾਲ ਲੜਨਾ ਸੌਖਾ ਹੋ ਜਾਂਦਾ। ਪਰ ਜਿਹੜਾ ਸਾਡੇ ਘਰ ਦਾ, ਸਾਡੇ ਵਿੱਚੋਂ ਸਾਡੇ ਵਰਗਾ ਹੋਵੇ, ਉਹਦੇ ਲਈ ਸਾਨੂੰ ਵਾਰ-ਵਾਰ ਆਪਦੇ ਟੱਬਰ ਨੂੰ, ਆਪਦੇ ਪਰਿਵਾਰ ਨੂੰ, ਆਪਦੇ ਸਾਥੀਆਂ ਨੂੰ ਸਮਝਾਉਣਾ ਪੈਂਦਾ। ਸੋ ਅੱਜ ਦੀ ਤਰੀਕ ਵਿੱਚ ਸਾਨੂੰ ਇਸ ਗੱਲ ਦੀ ਜਿੱਥੇ ਖੁਸ਼ੀ ਹੈ ਕਿ ਬੇਸ਼ੱਕ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ, ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਭਾਰਤੀ ਹਿੰਦੂ ਤਵੀ ਨਿਜ਼ਾਮ ਦਾ ਪੱਖ ਪੂਰਨ ਉੱਤੇ ਲਾਇਆ ਹੋਇਆ ਹੈ, ਪਰ ਉੱਥੇ ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੇ ਹਕੀਕਤ ਨੂੰ ਸਮਝ ਲਿਆ ਵਾ, ਤੇ ਉਹਨਾਂ ਨੂੰ ਪਤਾ ਹੈ ਕਿ ਤਿਰੰਗਾ ਨਹੀਂ, ਅਸੀਂ ਖਾਲਸਾਈ ਪਰਚਮ ਵਾਲੇ ਪਾਸੇ ਭੁਗਤਣਾ, ਤੇ ਖਾਲਸਾਈ ਨਿਸ਼ਾਨ ਸਾਹਿਬ ਚਲਾਉਣੇ, ਤੇ ਖਾਲਸਾਈ ਨਿਸ਼ਾਨ ਸਾਹਿਬ ਚਲਾਉਣ ਵਾਲਿਆਂ ਨੂੰ ਇਸ ਗੱਲ ਦੀ ਬੜੀ ਮੈਂ ਵਧਾਈ ਦਿੰਦਾ ਕਿ ਜਿੱਥੇ ਜਿੱਥੇ ਉਹ ਝੰਡੇ ਬਣ ਰਹੇ ਨੇ, ਉਹਨਾਂ ਤੋਂ ਮੰਗ ਨਹੀਂ ਪੂਰੀ ਹੋ ਰਹੀ। ਥਾਂ ਦੇ ਉੱਤੇ ਸਾਨੂੰ ਵੀ ਫੋਨ ਆਉਂਦੇ ਆ ਕਿ ਸਾਨੂੰ ਇੰਨੇ ਭੇਜ ਦਿਓ, 2000 ਭੇਜ ਦਿਓ, 5000 ਭੇਜ ਦਿਓ, ਹੋਰ ਭੇਜ ਦਿਓ। ਮੰਗ ਨਹੀਂ ਪੂਰੀ ਹੋ ਰਹੀ, ਸਪਲਾਈ ਨਹੀਂ ਪੂਰੀ ਹੋ ਰਹੀ। ਦੂਜੇ ਪਾਸੇ ਤਿਰੰਗਿਆਂ ਦਾ ਹਾਲ ਇਹ ਆ ਵੀ ਘੱਟੋ ਘੱਟ 35-40 ਖਬਰਾਂ ਪਿਛਲੇ 2 ਦਿਨ ਤੋਂ ਛਪ ਚੁੱਕੀਆਂ ਨੇ ਕਿ ਧੱਕੇ ਨਾਲ ਥੋਪੇ ਜਾ ਰਹੇ ਨੇ, ਧੱਕੇ ਨਾਲ ਵੇਚੇ ਜਾ ਰਹੇ ਨੇ। ਜਿਸ ਮੁਲਕ ਦਾ ਰਾਸ਼ਟਰੀ ਝੰਡਾ ਧੱਕੇ ਨਾਲ ਵੇਚਣਾ ਪੈ ਜਾਵੇ, ਜਬਰੀ ਥੋਪਣਾ ਪੈ ਜਾਵੇ ਕਿ ਪੈਸੇ ਕੱਟੋ, ਇਹਨਾਂ ਦੀ ਤਨਖਾਹਾਂ ਚੋਂ ਕੱਟ ਲਓ, ਕੋਈ ਇਹਨਾਂ ਦੇ ਕਿਵੇਂ ਕੋਈ ਕਿਵੇਂ, ਫਿਰ ਲਵਾਉਣ ਦੀ ਗੱਲ ਆ ਵੀ ਹਰੇਕ ਸਰਕਾਰੀ ਮੁਲਾਜ਼ਮ ਨੂੰ, ਮਾਸਟਰਾਂ ਡਾਕਟਰਾਂ ਨੂੰ ਇਹ ਹੁਕਮ ਲਾਇਆ ਜਾ ਰਿਹਾ, ਹੁਕਮ ਦਫ਼ਤਰੀ ਹੁਕਮ ਆ
ਉਹ ਹੁਕਮ ਦਿੱਤਾ ਜਾ ਰਿਹਾ ਕਿ ਭਾਈ ਫੋਟੋ ਖਿੱਚ ਕੇ ਨਾ, ਸੈਲਫੀ ਖਿੱਚ ਕੇ ਮੋਬਾਈਲ ਤੇ ਝੰਡੇ ਨਾਲ, ਤਿਰੰਗੇ ਨਾਲ ਸਾਨੂੰ ਭੇਜਣੀ ਹੈ ਦਫ਼ਤਰ ਨੂੰ। ਇਹ ਜ਼ਬਰਦਸਤੀ ਤਿਰੰਗੇ ਦਾ ਪਿਆਰ, ਜ਼ਬਰਦਸਤੀ ਤਿਰੰਗਾ ਵੇਚਿਆ ਜਾ ਰਿਹਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਇਸ ਮੁਲਕ ਦੀ ਅਸਲ ਹਕੀਕਤ ਨੂੰ ਨਸ਼ਰ ਕਰਦੀਆਂ ਨੇ। ਕੱਲ ਕਲਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ, ਜਦੋਂ ਖਾਲਿਸਤਾਨ ਹੋਂਦ ਵਿੱਚ ਆ ਗਿਆ, ਦੁਨੀਆ ਭਰ ਦੇ ਲੋਕ ਦੇਖਿਆ ਕਰਨਗੇ ਕਿ ਹਰ ਇੱਕ ਬੰਦਾ ਆਪਦੀ ਇੱਛਾ ਨਾਲ, ਆਪਦੀ ਮਰਜ਼ੀ ਨਾਲ ਆਪ ਤਿਆਰ ਕਰਕੇ ਖਾਲਿਸਤਾਨ ਦਾ ਰਾਸ਼ਟਰੀ ਝੰਡਾ ਲਹਿਰਾ ਰਿਹਾ। ਤੇ ਉਦੋਂ ਸ਼ਾਇਦ ਭਾਰਤ ਦੇ ਲੋਕ ਜਿਹੜੇ ਆ, ਉਦੋਂ ਉਹਨਾਂ ਨੂੰ ਸ਼ਾਇਦ ਸਮਝ ਆਵੇ ਕਿ ਦੇਸ਼ ਨਾਲ ਜਾਂ ਕੌਮ ਨਾਲ ਪਿਆਰ ਕਰਨ ਦੇ ਅਰਥ ਕੀ ਹੁੰਦੇ ਨੇ। ਆਹ ਧੱਕੇ ਨਾਲ, ਜਬਰੀ ਇਸ ਤਰੀਕੇ ਨਾਲ ਪਿਆਰ ਪੂਰ ਨਹੀਂ ਹੁੰਦੇ ਮੁਲਕਾਂ ਨਾਲ। ਦੇਸ਼ ਨਾਲ ਪਿਆਰ ਜਾਂ ਕੌਮ ਨਾਲ ਪਿਆਰ ਉਦੋਂ ਹੁੰਦਾ ਜਦੋਂ ਮੁਲਕ ਦਾ ਨਿਜ਼ਾਮ, ਜਦੋਂ ਮੁਲਕ ਦੀ ਹਕੂਮਤੀ ਜਿਹੜੀ ਨੀਤੀ ਆ, ਜਿਹੜਾ ਸਿਸਟਮ ਆ ਸਾਰਾ, ਉਹ ਆਪਦੇ ਨਾਗਰਿਕਾਂ ਦੇ ਦਿਲ ਜਿੱਤੇ। ਇੱਥੇ ਤਾਂ ਜਿੰਨੇ ਭਾਰਤ ਦੇ ਘੱਟ ਗਿਣਤੀ ਵਰਗ ਨੇ ਉਹ ਅੱਡ ਚੀਕਾਂ ਮਾਰਦੇ ਆ, ਤੇ ਸਭ ਤੋਂ ਵੱਡੀ ਉੱਚੀ ਚੀਕ ਹਿੰਦੂਆਂ ਦੀ ਆ ਕਿ ਹਿੰਦੂ ਖਤਰੇ 'ਚ। ਜਿਸ ਮੁਲਕ ਦੇ ਵਿੱਚ ਸਾਰਿਆਂ ਨੂੰ ਲੱਗੇ ਕਿ ਪਤਾ ਨਹੀਂ ਇੱਥੇ ਕਿਹੜੇ ਪਲ ਕੀ ਹੋ ਜਾਣਾ, ਭੱਜ ਚੱਲੋ, ਨਿਕਲ ਚੱਲੋ ਇਸ ਮੁਲਕ ਨੂੰ ਛੱਡ ਕੇ, ਉਸ ਮੁਲਕ ਵਿੱਚ ਇਹੀ ਹੋ ਸਕਦਾ ਵੀ ਤਿਰੰਗੇ ਧੱਕੇ ਨਾਲ ਵੇਚਣੇ ਪੈਣਗੇ। ਸੋ ਜਿੱਥੇ ਅਸੀਂ ਤਿਰੰਗੇ ਝੰਡੇ ਚਲਾਉਣ ਵਾਲੀ ਇਸ ਮੁਹਿੰਮ ਦੇ ਬਾਰੇ ਸਾਫ਼ ਤੌਰ ਤੇ ਇਹ ਦੇਖ ਰਹੇ ਆ ਕਿ ਸਿੱਖ ਕੌਮ ਅੰਦਰ ਬੜੀ ਭਾਰੀ ਜਾਗਰਤੀ ਆ ਰਹੀ ਆ, ਖੁਸ਼ੀ ਆ ਸਾਨੂੰ। ਉੱਥੇ ਉਹਨਾਂ ਨੂੰ ਲਾਹਣਤਾਂ ਜਿਹੜੇ ਨਾਲੇ ਤਾਂ 24 ਘੰਟੇ ਚੀਕਾਂ ਮਾਰਦੇ ਰਹਿੰਦੇ ਆ ਕਿ ਇਹ ਮੁਲਕ ਸਾਨੂੰ ਲੁੱਟ ਗਿਆ, ਖਾ ਗਿਆ, ਤੇ ਨਾਲੇ ਇਸੇ ਮੁਲਕ ਦੇ ਤਿਰੰਗੇ ਚਲਾਉਣ ਨੂੰ ਫਿਰਦੇ ਆ। ਸੋ ਅੱਜ ਲਈ ਇੰਨੇ ਕਾਫੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।